ਦੁਨੀਆ ਭਰ ਦੇ ਵਿੱਚ ਮੈਨੂੰ ਦੇਖਣ ਔਰ ਸੁਣਨ ਵਾਲੇ ਤਮਾਮ ਦੋਸਤਾਂ ਨੂੰ ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ। ਦੋਸਤੋ, ਸਮਝਦਾਰੀ ਔਰ ਸਿਆਣਾਪਣ ਜਿਹਨੂੰ ਅਸੀਂ ਆਖਦੇ ਹਾਂ, ਗॉड ਗਿਫਟਡ ਚੀਜ਼ ਹੈ ਔਰ ਯਕੀਨਨ ਅੱਲਾਹ ਪਾਕ ਕਿਸੇ ਕਿਸੇ ਨੂੰ ਅਤਾ ਕਰਦਾ ਹੈ। ਲੇਕਿਨ ਇਸ ਦੇ ਨਾਲ ਨਾਲ ਅਗਰ ਅਸੀਂ ਦੇਖੀਏ ਮੇਰੇ ਸਮੇਤ ਸੁਣਨ ਵਾਲੇ ਤਮਾਮ ਦੋਸਤਾਂ ਦੇ ਸਮੇਤ ਕਿ ਕਈ ਚੀਜ਼ਾਂ ਸਾਡੇ ਮਾਸ਼ਰੇ ਦੇ ਵਿੱਚ ਸਾਡੇ ਦਾएं ਬਾएं ਘਰਾਂ ਦੇ ਵਿੱਚ ਹੋ ਰਹੀ ਹੁੰਦੀਆਂ ਔਰ ਸਾਨੂੰ ਉਹ ਸ਼ੀਸ਼ੇ ਦੀ ਤਰ੍ਹਾਂ ਸਾਫ ਸੁਥਰਾ ਨਜ਼ਰ ਆ ਰਹੀ ਹੁੰਦੀਆਂ ਕਿ ਇਹ ਜੋ ਮਾਮਲਾ ਹੋ ਰਿਹਾ ਇਸ ਦੇ ਵਿੱਚ ਗਲਤੀ ਕਿਸ ਬੰਦੇ ਦੀ ਹੈ ਔਰ ਬੇਕਸੂਰ ਕੌਣ ਹੈ। ਅਗਰ ਇਨਸਾਨ ਉਹਨਾਂ ਚੀਜ਼ਾਂ 'ਤੇ ਤਵੱਜੋ ਕਰੇ, ਕਿਉਂਕਿ ਉਹ ਕਹਿ ਰਹੇ ਨੇ ਕਿ ਸਿੱਖਣ ਵਾਸਤੇ ਕੋਈ ਉਮਰ ਨਹੀਂ ਹੈ, ਬੰਦਾ ਤਾਂ ਹਯਾਤ ਆਪਣਾ ਚੀਜ਼ਾਂ ਨੂੰ ਸਿੱਖਦਾ ਰਹੇ, ਕਿਉਂਕਿ ਹਰ ਚੀਜ਼ ਦੇ ਵਿੱਚ ਹਰ ਮਹਿਫਲ ਦੇ ਵਿੱਚ ਬੰਦਾ ਹੋਟਲ 'ਤੇ ਚਾਹ ਪੀਣ ਵੀ ਜਾਵੇ ਨਾ ਅਤੇ ਦੋ ਬੰਦੇ ਅਗਰ ਉੱਥੇ ਗੱਲ ਕਰ ਰਹੇ ਨੇ ਅਤੇ ਕੋਈ ਇੱਕ ਅੱਧ ਚੀਜ਼ ਉਹਦੇ ਵਿੱਚ ਬੰਦਾ ਸਿੱਖਣ ਵਾਲਾ ਹੋਵੇ ਤਾਂ ਉਹ ਸਿੱਖ ਸਕਦਾ। ਅਬ ਬੰਦਾ ਆਪਣੇ ਮਾਸ਼ਰੇ ਦੇ ਵਿੱਚ ਆਪਣੇ ਦਾएं ਬਾएं ਇਹਨਾਂ ਘਰਾਂ ਨੂੰ ਦੇਖ ਕੇ ਜੋ ਮਾਮਲਾਤ ਹੋ ਰਹੇ ਉਹਨਾਂ ਦੇ ਵਿੱਚ, ਚੂੰਕਿ ਮੈਂ ਪਹਿਲੇ ਵੀ ਦੱਸੇ ਕਿ ਬੰਦਾ ਸਮਝ ਜਾਂਦਾ ਹੈ ਕਿ ਇਸ ਮਾਮਲੇ ਦੇ ਵਿੱਚ ਗਲਤੀ ਕਿਹਦੀ ਹੈ ਔਰ ਬੇਕਸੂਰ ਕੌਣ ਹੈ। ਅਬ ਇਹੀ ਚੀਜ਼ਾਂ ਬੰਦਾ ਨਾਲ ਨਾਲ ਸਿੱਖਣ ਦੀ ਕੋਸ਼ਿਸ਼ ਕਰੇ ਔਰ ਗਹਿਰਾਈ ਨਾਲ ਸੋਚੇ ਅਤੇ ਇਸੇ ਨੂੰ ਹੀ ਬੰਦਾ ਸਮਝਦਾਰੀ ਕਹਿ ਸਕਦਾ ਹੈ, ਕਿਉਂਕਿ ਨਾਰਮਲੀ ਹਰ ਘਰ ਦੇ ਵਿੱਚ ਔਰ ਹਰ ਖਾਨਦਾਨ ਦੇ ਵਿੱਚ ਇੱਕੋ ਜਿਹੇ ਮਸਾਇਲ ਹੀ ਜਨਮ ਲੈਣੇ ਔਰ ਸੇਮ ਛੋਟੀ ਮੋਟੀ ਲੜਾਈਆਂ ਜਾਂ ਮਾਮਲਾਤ ਹਰ ਘਰ ਦੇ ਵਿੱਚ ਹਨ ਔਰ ਤਕਰੀਬਨ ਉਹ ਮਿਲਦੇ ਜੁਲਦੇ ਹੀ ਇੱਕ ਦੂਸਰੇ ਨਾਲ ਹੁੰਦੇ। ਥੋੜ੍ਹੀ ਬਹੁਤ ਕਹਾਣੀ ਦਾ ਅਪ ਡਾਊਨ ਜ਼ਰੂਰ ਹੁੰਦਾ, ਲੇਕਿਨ ਤਕਰੀਬਨ ਉਹ ਮਾਸ਼ਰੇ ਦੇ ਮਿਲਦੇ ਜੁਲਦੇ ਮਸਾਇਲ ਹੁੰਦੇ ਔਰ ਉਹਨਾਂ ਨੂੰ ਦੇਖਦੇ ਹੋਏ, ਉਹਨਾਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਹੁੰਦੇ ਹੋਏ ਦੇਖ ਕੇ ਅਤੇ ਬੰਦਾ ਯਕੀਨਨ ਉਹਨਾਂ ਤੋਂ ਅਗਰ ਚਾਹੇ ਤਾਂ ਸਬਕ ਹਾਸਲ ਕਰ ਸਕਦੇ ਔਰ ਫਿਰ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ 'ਤੇ ਅਮਲ ਕਰਕੇ ਬੰਦਾ ਯਕੀਨਨ ਨੁਕਸਾਨ ਤੋਂ ਬਚ ਸਕਦਾ ਹੈ ਅਗਰ ਉਹ ਕੋਸ਼ਿਸ਼ ਕਰੇ ਤਾਂ। ਅਬ ਦੋਸਤੋ, ਅਸਲ ਕਹਾਣੀ ਦੀ ਤਰਫ ਆਉਂਦੇ ਹਾਂ ਔਰ ਅੱਜ ਦੀ ਕਹਾਣੀ ਵੀ ਮੇਰੇ ਉਸਤਾਦ ਜਨਾਬ ਇਫਤਿਖਾਰ ਅਹਿਮਦ ਉਸਮਾਨੀ ਸਾਹਿਬ, ਡਰਾਮਾ ਨਿਗਾਰ, ਅਦਾਕਾਰ ਔਰ ਦੋ ਕਿਤਾਬਾਂ ਦੇ ਮੁਸੰਨਿਫ ਔਰ ਇਸ ਤੋਂ ਇਲਾਵਾ ਇੱਕ ਬਹੁਤ ਅੱਛੀ ਸ਼ਖਸੀਅਤ, ਮਿਲਨਸਾਰ ਇਨਸਾਨ, ਸ਼ਫੀਕ ਇਨਸਾਨ, ਰਹਿਮ ਦਿਲ ਇਨਸਾਨ, ਉਹਨਾਂ ਦੀ ਇਜਾਜ਼ਤ ਦੇ ਨਾਲ ਮੈਂ ਇਹ ਕਹਾਣੀ ਪੇਸ਼ ਕਰ ਰਿਹਾ। ਦੋਸਤੋ, ਅੱਜ ਦੀ ਕਹਾਣੀ ਹੈ ਇੱਕ ਅਦੀਲ ਨਾਮ ਦੇ ਲੜਕੇ ਦੀ ਔਰ ਅਦੀਲ ਨੇ ਇਹ ਕਹਾਣੀ ਅੱਜ ਤੋਂ ਕੋਈ 1 ਸਾਲ ਪਹਿਲੇ ਸੁਣਾਈ ਸੀ। ਦੋਸਤੋ, ਅਦੀਲ ਕਹਿੰਦੇ ਕਿ ਮੈਂ ਇੱਕ ਅਮੀਰ ਫੈਮਿਲੀ ਦੇ ਵਿੱਚ ਮੇਰਾ ਜਨਮ ਹੋਇਆ, ਦਿਹਾਤੀ ਮਾਹੌਲ, ਵਾਲਿਦ ਸਾਹਿਬ ਇੰਤਹਾਈ ਤੁਰਸ਼ ਜ਼ਬਾਨ ਵਾਲੇ, ਸਖਤ ਤਬੀਅਤ, ਵੈਸੇ ਬਹੁਤ ਅੱਛੇ ਇਨਸਾਨ ਸਨ ਲੇਕਿਨ ਉਹਨਾਂ ਦੀ ਤਬੀਅਤ ਦੇ ਵਿੱਚ ਅਲਫਾਜ਼ਾਂ ਦੇ ਵਿੱਚ ਸਖਤੀ ਮਹਿਸੂਸ ਕੀਤੀ ਜਾ ਸਕਦੀ ਸੀ ਔਰ ਜਦੋਂ ਘਰ ਦੇ ਵਿੱਚ ਕੋਈ ਹੈਪਨ ਹੋ ਜਾਵੇ, ਕੋਈ ਮਸਲਾ ਹੋ ਜਾਵੇ ਅਤੇ ਫਿਰ ਵਾਲਦਾ ਨੇ ਵੀ ਅੱਲਾਹ ਪਾਕ ਨੇ ਐਸੀ ਤਬੀਅਤ ਦੇ ਰੱਖੀ ਸੀ ਕਿ ਅਦੀਲ ਸਾਹਿਬ ਦੱਸਦੇ ਨੇ ਕਿ ਵਾਲਿਦ ਸਾਹਿਬ ਅਗਰ ਕਿਸੇ ਗੱਲ 'ਤੇ ਗੁੱਸਾ ਕਰ ਜਾਵਣ ਔਰ ਕੋਈ ਵਾਲਦਾ ਨੂੰ ਕੋਈ ਗੱਲਾਂ ਸੁਣਾ ਜਾਵਣ ਅਤੇ ਵਾਲਦਾ ਤੁਰਕੀ ਬਤੁਰਕੀ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਸੀ ਔਰ ਅਦੀਲ ਸਾਹਿਬ ਦੱਸਦੇ ਨੇ ਕਿ ਅਗਰ ਅੱਬੂ 4 ਗੱਲਾਂ ਸੁਣਾਉਂਦੇ ਸਨ ਤਾਂ ਯਕੀਨਨ ਸਾਡੀ ਅੰਮੀ ਉਹਨਾਂ ਨੂੰ ਜਵਾਬ ਦੇ ਵਿੱਚ 2 ਗੱਲਾਂ ਲਾਜ਼ਮੀ ਸੁਣਾਉਂਦੀ ਸੀ। ਅਬ ਦੋਸਤੋ, ਅਸੀਂ ਸਾਰੇ ਜਾਣਦੇ ਹਾਂ, ਤੁਸੀਂ ਦੇਖਣ ਵਾਲੇ ਵੀ ਜਾਣਦੇ ਹੋ ਕਿ ਜਦੋਂ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਚੱਲ ਰਿਹਾ ਹੁੰਦਾ ਅਤੇ ਉਹ ਚੀਜ਼ਾਂ ਯਕੀਨਨ ਬੱਚਿਆਂ 'ਤੇ ਅਸਰ ਅੰਦਾਜ਼ ਹੋ ਰਹੀਆਂ ਨੇ। ਅਬ ਬੱਚੇ ਉਹਨਾਂ ਚੀਜ਼ਾਂ ਨੂੰ ਹੀ ਆਪਣੇ ਵਾਲਦੈਨ ਦੀ ਉੱਠਣ ਬੈਠਣ ਦਾ ਨਿਜ਼ਾਮ, ਖਾਣ ਪੀਣ ਦਾ ਨਿਜ਼ਾਮ, ਆਪਸ ਦੇ ਵਿੱਚ ਗੱਲਬਾਤ, ਘਰ ਦਾ ਮਾਹੌਲ, ਇਹ ਸਾਰੀ ਚੀਜ਼ਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ 'ਤੇ ਅਸਰ ਅੰਦਾਜ਼ ਹੋ ਰਹੀ ਹੁੰਦੀਆਂ ਔਰ ਉਹ ਬੱਚੇ ਇਹਨਾਂ ਚੀਜ਼ਾਂ ਨੂੰ ਅਡਾਪਟ ਵੀ ਕਰਦੇ ਨੇ ਔਰ ਇਹਨਾਂ ਨੂੰ ਸਿੱਖ ਕੇ ਉਹਨਾਂ ਦੀ ਤਬੀਅਤ ਵੀ ਯਕੀਨਨ ਉਸੇ ਤਰ੍ਹਾਂ ਦੀ ਹੁੰਦੀ ਜਾਂਦੀ ਹੈ, ਕਿਉਂਕਿ ਅਸਰਾਤ ਔਰ ਮਾਹੌਲ ਦਾ ਅਸਰ ਉਹਦੇ ਵਿੱਚ ਸ਼ਾਮਿਲ ਹੁੰਦਾ
ਔਰ ਇਹ ਚੀਜ਼ਾਂ ਉਹਨਾਂ 'ਤੇ ਅਸਰਅੰਦਾਜ਼ ਹੋ ਰਹੀ ਹੋਣੀਆਂ ਔਰ ਯਕੀਨਨ ਉਹ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਫਿਰ ਉਹਨਾਂ ਦਾ ਸ਼ਿਕਾਰ ਹੋ ਜਾਣਾ। ਅਬ ਦੋਸਤੋ ਅਦੀਲ ਸਾਹਿਬ ਦੱਸਦੇ ਨੇ ਕਿ ਸਾਡੇ ਵਾਲਿਦ ਨੇ ਜਦੋਂ ਅਸੀਂ ਕਾਲਜ ਯੂਨੀਵਰਸਿਟੀ ਲਾਈਫ ਦੇ ਵਿੱਚ ਚਲੇ ਗਏ ਅਤੇ ਸਾਡੇ ਵਾਲਿਦ ਸਾਹਿਬ ਨੇ ਅਦੀਲ ਦੱਸਦੇ ਕਿ ਮੇਰੀ ਇੱਕ ਭੈਣ ਸੀ ਜਿਸਦਾ ਨਾਂ ਨੁਸਰਤ ਸੀ। ਕਹਿੰਦੇ ਕਿ ਸਾਡੇ ਵਾਲਿਦ ਨੇ ਮੈਨੂੰ ਔਰ ਨੁਸਰਤ ਨੂੰ ਦੱਸਿਆ ਕਿ ਮੈਂ ਸਖਤ ਜ਼ਰੂਰ ਹਾਂ, ਮੇਰੀ ਕੜਵੀ ਤਬੀਅਤ ਜ਼ਰੂਰ ਹੈ, ਲੇਕਿਨ ਤੁਸੀਂ ਚੂੰਕਿ ਜਵਾਨ ਹੋ ਰਹੇ ਹੋ ਔਰ ਮੈਂ ਆਪਣਾ ਇਹ ਨਿਜ਼ਾਮ ਤੁਹਾਡੇ 'ਤੇ ਮੁਸੱਲਤ ਕਦੇ ਵੀ ਨਹੀਂ ਕਰਾਂਗਾ। ਤੁਸੀਂ ਆਪਣੀ ਪਸੰਦ ਦੀ ਔਰ ਆਪਣੀ ਮਰਜ਼ੀ ਦੀ ਸ਼ਾਦੀ ਕਰ ਸਕਦੇ ਹੋ। ਮੈਨੂੰ ਤੁਸੀਂ ਦੱਸਣਾ ਔਰ ਮੈਂ ਇਨਸ਼ਾ ਅੱਲਾ ਤੁਹਾਡੀ ਸਪੋਰਟ ਦੇ ਵਿੱਚ ਤੁਹਾਡੀ ਸ਼ਾਦੀ ਤੁਹਾਡੀ ਮਰਜ਼ੀ ਦੇ ਨਾਲ ਹੀ ਕਰਾਵਾਂਗਾ, ਨਾ ਕਿ ਮੈਂ ਆਪਣੇ ਘਰ ਦਾ ਫੈਸਲਾ ਤੁਹਾਡੇ 'ਤੇ ਮੁਸੱਲਤ ਕਰਾਂਗਾ। ਲੇਕਿਨ ਫਿਲਹਾਲ ਤੁਹਾਡੀ ਤਾਲੀਮੀ ਸਿਲਸਿਲਾ ਹੈ ਅਤੇ ਇਸ ਨੂੰ ਤੁਸੀਂ ਜਾਰੀ ਰੱਖੋ ਅਤੇ ਇਨਸ਼ਾ ਅੱਲਾ ਵਕਤ ਆਉਣ 'ਤੇ ਮੈਂ ਤੁਹਾਡੀ ਫੁੱਲ ਸਪੋਰਟ ਦੇ ਵਿੱਚ ਆਵਾਂਗਾ। ਦੋਸਤੋ ਵਕਤ ਗੁਜ਼ਰਦਾ ਰਿਹਾ ਔਰ ਇਹ ਜਦੋਂ ਯੂਨੀਵਰਸਿਟੀ ਲੈਵਲ ਦੇ ਵਿੱਚ ਪਹੁੰਚ ਗਏ ਕਿ ਅਦੀਲ ਸਾਹਿਬ ਦੱਸਦੇ ਕਿ ਮੇਰੀ ਭੈਣ ਮੈਂ ਤਾਂ ਇਸ ਤਰ੍ਹਾਂ ਦੀ ਤਬੀਅਤ ਨਹੀਂ ਸੀ ਮੇਰੀ ਮਾਹੌਲ ਦੀ ਤਰ੍ਹਾਂ ਮੇਰੀ ਤਬੀਅਤ ਉਸ 'ਤੇ ਅਸਰਅੰਦਾਜ਼ ਨਹੀਂ ਸੀ ਹੋਇਆ, ਲੇਕਿਨ ਨੁਸਰਤ 'ਤੇ ਇਹ ਸਾਰੀ ਚੀਜ਼ਾਂ ਅਸਰ ਕਰ ਰਹੀਆਂ ਸਨ ਜੋ ਸਾਡੇ ਘਰ ਦਾ ਮਾਹੌਲ ਸੀ, ਯਾਨੀ ਕਿ ਜ਼ਿੱਦੀ ਟਾਈਪ, ਹਰ ਗੱਲ ਦੇ ਵਿੱਚ ਅੱਗੋਂ ਆਰਗੂਮੈਂਟ ਕਰਨਾ ਔਰ ਗੁੱਸਾ ਕਰਨਾ ਔਰ ਇਸ ਤਰ੍ਹਾਂ ਦੀ ਤਬੀਅਤ ਉਹਦੀ ਬਣ ਚੁੱਕੀ ਸੀ। ਖੈਰ ਅਦੀਲ ਸਾਹਿਬ ਦੱਸਦੇ ਕਿ ਸਾਡਾ ਸਿਲਸਿਲਾ ਜਾਰੀ ਰਿਹਾ ਔਰ ਅਸੀਂ ਤਾਲੀਮ ਹਾਸਲ ਕਰਦੇ ਰਹੇ ਔਰ ਜਦੋਂ ਅਦੀਲ ਸਾਹਿਬ ਦੱਸਦੇ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਦਿਨ ਇੱਕ ਲੜਕੀ ਸੀ ਅਫਸ਼ਾ ਨਾਂ ਦੀ, ਉਸ ਅਫਸ਼ਾ ਨਾਂ ਦੀ ਲੜਕੀ ਦੇ ਨਾਲ ਮੇਰੀ ਕੋਈ ਗੱਪਸ਼ਪ ਹੋਈ ਔਰ ਫਿਰ ਇਹ ਸਿਲਸਿਲਾ ਚੱਲ ਨਿਕਲਿਆ ਔਰ ਅਮੂਮਨ ਹੁੰਦਾ ਵੀ ਇਸੇ ਤਰ੍ਹਾਂ ਇੱਕ ਦਫਾ ਕੀ ਮਾਮੂਲੀ ਜਿਹੀ ਗੱਲਬਾਤ ਤੋਂ ਬਾਅਦ ਸਿਲਸਿਲਾ ਅੱਗੇ बढ़ਦਾ ਰਹਿੰਦਾ ਹੈ। ਨੌਜਵਾਨੀ ਦਾ ਆਲਮ ਹੁੰਦਾ ਹੈ ਔਰ ਇਨਸਾਨ ਮਜਬੂਰ ਵੀ ਹੁੰਦਾ ਹੈ ਔਰ ਵਾਲਦੈਨ ਦੀ ਤਰਫੋਂ ਜਦੋਂ ਸਪੋਰਟ ਵੀ ਹੋਵੇ ਤਾਂ ਫਿਰ ਬੰਦਾ ਬੇਫਿਕਰ ਹੋ ਕੇ ਇਹਨਾਂ ਚੀਜ਼ਾਂ ਨੂੰ ਚਲਾ ਰਿਹਾ ਹੁੰਦਾ ਹੈ। ਅਬ ਅਦੀਲ ਸਾਹਿਬ ਦੱਸਦੇ ਨੇ ਕਿ ਅਫਸ਼ਾਂ ਦੇ ਨਾਲ ਜਦੋਂ ਮੇਰੀ ਆਸਤਾ ਆਸਤਾ ਵਕਤ ਗੁਜ਼ਰਨ ਦੇ ਨਾਲ ਨਾਲ ਮੈਨੂੰ ਮਹਿਸੂਸ ਹੋਇਆ ਕਿ ਅਫਸ਼ਾਂ ਦੇ ਨਾਲ ਮੈਨੂੰ ਮੁਹੱਬਤ ਹੋ ਗਈ ਹੈ ਔਰ ਅਫਸ਼ਾਂ ਵੀ ਮੇਰੇ ਨਾਲ ਯਕੀਨਨ ਮੁਹੱਬਤ ਕਰਦੀ ਸੀ। ਵਕਤ ਗੁਜ਼ਰਦਾ ਰਿਹਾ ਔਰ ਇੱਕ ਦਿਨ ਮੈਨੂੰ ਮਹਿਸੂਸ ਇਸ ਤਰ੍ਹਾਂ ਹੋਇਆ। ਦੋਸਤੋ ਅਦੀਲ ਸਾਹਿਬ ਦੱਸਦੇ ਨੇ ਕਿ ਵਕਤ ਗੁਜ਼ਰਦਾ ਰਿਹਾ ਔਰ ਮੈਨੂੰ ਮਹਿਸੂਸ ਹੋਇਆ ਕਿ ਅਫਸ਼ਾਂ ਮੇਰੇ ਵਾਸਤੇ ਬਣੀ ਹੈ ਔਰ ਮੈਂ ਅਫਸ਼ਾਂ ਦੇ ਵਾਸਤੇ ਬਣਿਆ। ਕਹਿੰਦੇ ਇਸ ਗੱਲ ਦਾ ਇਜ਼ਹਾਰ ਮੈਂ ਆਪਣੀ ਭੈਣ ਨੁਸਰਤ ਦੇ ਨਾਲ ਜਦੋਂ ਕੀਤਾ ਤਾਂ ਨੁਸਰਤ ਕਿਹਾ ਕਿ ਠੀਕ ਹੈ ਫਿਲਹਾਲ ਤਾਂ ਆਪਣੀ ਤਾਲੀਮ 'ਤੇ ਤਵੱਜੋ ਦਿਓ ਔਰ ਇਨਸ਼ਾ ਅੱਲਾ ਵਕਤ ਆਉਣੇ 'ਤੇ ਮੈਂ ਵੀ ਸਪੋਰਟ ਕਰਾਂਗੀ। ਔਰ ਜਦੋਂ ਅਦੀਲ ਸਾਹਿਬ ਦੱਸਦੇ ਕਿ ਮੇਰੀ ਡਿਗਰੀ ਕੰਪਲੀਟ ਹੋ ਗਈ ਤਬ ਤੱਕ ਅਸੀਂ ਆਪਣੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਡਿਸਕਸ ਕਰ ਚੁੱਕੇ ਸੀ। ਵਾਲਦੈਨ ਨੂੰ ਜਦੋਂ ਨੁਸਰਤ ਦੀ ਸਪੋਰਟ ਦੇ ਨਾਲ ਦੱਸਿਆ ਗਿਆ, ਮੈਂ ਵੀ ਖੁੱਲ੍ਹ ਕੇ ਦੱਸਿਆ ਕਿਉਂਕਿ ਮੇਰੇ ਵਾਲਿਦ ਨੇ ਸਾਨੂੰ ਇਜਾਜ਼ਤ ਦੇ ਰੱਖੀ ਸੀ ਅਤੇ ਵਾਲਿਦ ਸਾਹਿਬ ਨੇ ਕਿਹਾ ਚਲੋ ਠੀਕ ਹੈ ਉਹਨੂੰ ਦੱਸੋ ਕਿ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਮਾਹੌਲ ਉਹਨਾਂ ਦਾ ਸਿਸਟਮ ਦੇਖਣਾ ਚਾਹੁੰਦੇ ਹਾਂ। ਦੋਸਤੋ ਅਦੀਲ ਸਾਹਿਬ ਦੱਸਦੇ ਕਿ ਅਸੀਂ ਚਲੇ ਗਏ ਉਹਨਾਂ ਦੇ ਘਰ ਔਰ ਉਹਨਾਂ ਦੇ ਵਾਲਦੈਨ ਨਾਲ ਮੁਲਾਕਾਤ ਹੋਈ, ਪੂਰਾ ਦਿਨ ਸਪੈਂਡ ਕੀਤਾ ਇਕੱਠੇ ਔਰ ਵਾਪਸੀ 'ਤੇ ਅਦੀਲ ਸਾਹਿਬ ਦੱਸਦੇ ਨੇ ਕਿ ਵਾਲਿਦ ਸਾਹਿਬ ਔਰ ਵਾਲਦਾ ਇੰਤਹਾਈ ਖੁਸ਼। ਉਹਨੇ ਕਿਹਾ ਬੇਟਾ ਬਹੁਤ ਅੱਛੀ ਫੈਮਿਲੀ ਹੈ ਔਰ ਬਹੁਤ ਅੱਛੇ ਲੋਕ ਹਨ ਔਰ ਤੇਰਾ ਫੈਸਲਾ ਸਾਨੂੰ ਕਬੂਲ ਹੈ, ਬਲਕਿ ਅਸੀਂ ਉਹਨਾਂ ਨੂੰ ਦੱਸ ਵੀ ਆਏ ਹਾਂ, ਲਿਹਾਜ਼ਾ ਸਾਨੂੰ ਤੇਰੀ ਮੁਹੱਬਤ ਜਿਹੜੀ ਹੈ ਤੇਰੀ ਪਸੰਦ ਜਿਹੜੀ ਹੈ ਉਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈ। ਹਾਂ ਅਗਰ ਕੋਈ ਇਸ਼ੂ ਆਉਂਦਾ ਕੋਈ ਫੈਮਿਲੀ ਦੇ ਵਿੱਚ ਸਾਨੂੰ ਪਸੰਦ ਨਾ ਆਉਂਦੀ ਤਾਂ ਫਿਰ ਤਾਂ ਹੈ ਸੀ, ਲੇਕਿਨ ਅਸੀਂ ਬਹੁਤ ਖੁਸ਼ ਆਏ ਹਾਂ, ਸਾਨੂੰ ਬਹੁਤ ਪਸੰਦ ਆਇਆ ਮਾਹੌਲ, ਲਿਹਾਜ਼ਾ ਅਸੀਂ ਗੱਲਬਾਤ ਤੈਅ ਕਰ ਆਏ ਹਾਂ ਅਤੇ ਸ਼ਾਦੀ ਤੇਰੀ ਇਨਸ਼ਾ ਅੱਲਾ ਵਕਤ ਆਉਣੇ 'ਤੇ ਅਫਸ਼ਾਂ ਨਾਲ ਹੀ ਹੋਏਗੀ। ਅਦੀਲ ਮੁਤਮੈਨ ਹੋ ਗਿਆ ਕਿ ਚਲੋ ਵਾਲਦੈਨ ਮੇਰੇ ਇਸ ਫੈਸਲੇ 'ਤੇ ਖੁਸ਼ ਹਨ ਔਰ ਉਹਨਾਂ ਨੂੰ ਪਸੰਦ ਆ ਗਏ। ਵਕਤ ਗੁਜ਼ਰਦਾ ਰਿਹਾ, ਅਦੀਲ ਤੋਂ ਨੁਸਰਤ ਚੂੰਕਿ ਕੋਈ 1-2 ਸਾਲ ਪਿੱਛੇ ਸੀ, ਅਦੀਲ ਦੀ ਡਿਗਰੀ ਕੰਪਲੀਟ ਹੋ ਚੁੱਕੀ ਸੀ ਔਰ ਇਹ ਜੌਬ ਕਰ ਰਿਹਾ ਸੀ ਅਤੇ ਨੁਸਰਤ ਨੇ ਇੱਕ ਦਿਨ ਕਹਿੰਦੇ ਕਿ ਮੇਰੀ ਭੈਣ ਨੁਸਰਤ ਨੇ ਮੈਨੂੰ ਦੱਸਿਆ ਕਿ ਮੇਰੇ ਨਾਲ ਇੱਕ ਲੜਕਾ ਪੜ੍ਹਦਾ ਹੈ ਜਿਸ ਦਾ ਨਾਂ ਹਾਰੂਨ ਹੈ
ਔਰ ਹਾरून ਮੈਨੂੰ ਪਸੰਦ ਕਰਦੇ ਔਰ ਮੈਂ ਹਾरून ਨੂੰ ਪਸੰਦ ਕਰਦਾ। ਅਬ ਚੂੰਕਿ ਵਾਲਿਦੈਨ ਨੇ ਇਜਾਜ਼ਤ ਦੇ ਰੱਖੀ ਸੀ ਅਤੇ ਮੈਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਕਹਿੰਦੇ ਮੈਂ ਉਸਨੂੰ ਕਿਹਾ ਕਿ ਠੀਕ ਹੈ ਨੁਸਰਤ, ਤੂੰ ਪਰੇਸ਼ਾਨ ਨਹੀਂ ਹੋਣਾ, ਮੈਂ ਇਸੇ ਤਰ੍ਹਾਂ ਜਿਸ ਤਰ੍ਹਾਂ ਤੂੰ ਮੈਨੂੰ ਸਪੋਰਟ ਕੀਤਾ ਸੀ ਮੈਂ ਵੀ ਤੇਰੀ ਸਪੋਰਟ ਕਰਕੇ ਵਾਲਿਦੈਨ ਨੂੰ ਇਨਸ਼ਾਅੱਲਾ ਅਸੀਂ ਮਨਾ ਲਵਾਂਗੇ। ਅਬ ਜਦੋਂ ਤਾਲੀਮ ਦਾ ਸਿਲਸਿਲਾ ਅੱਗੇ ਵਧਦਾ ਰਿਹਾ ਔਰ ਇਹ ਗੱਲ ਜਦੋਂ ਖੋਲ੍ਹ ਕੇ ਅਸਾਂ ਵਾਲਿਦੈਨ ਦੇ ਅੱਗੇ ਰੱਖੀ ਕਿ ਨੁਸਰਤ ਇਸ ਤਰ੍ਹਾਂ ਇੱਕ ਹਾरून ਨਾਂ ਦੇ ਲੜਕੇ ਦੇ ਨਾਲ ਮੁਹੱਬਤ ਕਰਦੀ ਹੈ, ਲਿਹਾਜ਼ਾ ਇਸ ਦੀ ਸ਼ਾਦੀ ਹਾरून ਨਾਲ ਹੀ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਖੁਦ ਫਰਮਾਇਆ ਹੈ। ਅਬ ਵਾਲਿਦੈਨ ਵਿਗੜ ਗਏ। ਉਹਨਾਂ ਕਿਹਾ ਨਾ ਬੇਟਾ, ਸਾਡੇ ਦੋ ਤੁਸੀਂ ਬੱਚੇ ਹੋ ਟੋਟਲੀ, ਭੈਣ ਇੱਕ ਭਰਾ। ਹੁਣ ਤੂੰ ਆਪਣੀ ਪਸੰਦ ਦੀ ਸ਼ਾਦੀ ਕਰ ਰਹੇ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਬੱਚੀ ਵੀ ਆਪਣੀ ਪਸੰਦ ਦੀ ਕਰੇਗੀ ਅਤੇ ਫਿਰ ਸਾਡੀ ਪਸੰਦ ਦੀ ਕੌਣ ਕਰੇਗਾ। ਲਿਹਾਜ਼ਾ ਅਸੀਂ ਦੇਖ ਲਵਾਂਗੇ, ਲੇਕਿਨ ਦਿਲੀ ਤੌਰ 'ਤੇ ਵਾਲਿਦੈਨ ਮੁਤਮਈਨ ਨਹੀਂ ਹੋਏ। ਬਾਹਰ ਕੇਫ ਉਹਨਾਂ ਦਾ ਦਿਲ ਰੱਖਣ ਵਾਸਤੇ ਉਹਨਾਂ ਕਿਹਾ ਠੀਕ ਹੈ ਅਸੀਂ ਉਹਨਾਂ ਦੇ ਘਰ ਜਾਣਾ ਹੈ, ਉਹਨਾਂ ਦਾ ਮਾਹੌਲ ਦੇਖਦੇ ਹਾਂ ਔਰ ਫਿਰ ਤੁਹਾਨੂੰ ਇਸ ਦੇ ਬਾਰੇ ਵਿੱਚ ਦੱਸਾਂਗੇ ਕਿ ਕੀ ਕਰਨਾ ਹੈ। ਅਬ ਦੋਸਤੋ, ਅਦੀਲ ਕਹਿੰਦੇ ਕਿ ਸਾਡੇ ਵਾਲਿਦੈਨ ਉਹਨਾਂ ਦਾ ਐਡਰੈਸ ਲੈ ਕੇ, ਬੱਚੇ ਚੂੰਕਿ ਅਜੇ ਯੂਨੀਵਰਸਿਟੀ ਲਾਈਫ ਦੇ ਵਿੱਚ ਸਨ, ਉਹਨਾਂ ਦਾ ਐਡਰੈਸ ਲੈ ਕੇ ਹਾरून ਨਾਲ ਮੁਲਾਕਾਤ ਕੀਤੀ, ਦੇਖਿਆ ਉਸਨੂੰ ਔਰ ਫਿਰ ਉਹਨਾਂ ਦੇ ਘਰ ਚਲੇ ਗਏ। ਅਦੀਲ ਦੱਸਦੇ ਕਿ ਇੰਤਹਾਈ ਬੈਕਵਰਡ ਇਲਾਕਾ, ਨਾ ਉੱਥੇ ਕੋਈ ਬਿਜਲੀ ਦਾ ਸਿਸਟਮ, ਦਿਹਾਤੀ ਮਾਹੌਲ ਔਰ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਲਿਆ ਕੇ ਉਹਨਾਂ ਨੂੰ ਜਲਾਉਣਾ ਔਰ ਕੋਈ ਬੁਨਿਆਦੀ ਸਹੂਲੀਅਤ ਦਾ ਫੁਕਦਾਨ ਉਸ ਇਲਾਕੇ ਦੇ ਵਿੱਚ, ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ। ਅਬ ਅਸੀਂ ਤਾਂ ਚੂੰਕਿ ਇੱਕ ਅੱਛੀ ਖਾਂਦੀ ਪੀਂਦੀ ਫੈਮਿਲੀ ਨਾਲ ਤਾਲੁਕ ਰੱਖਦੇ ਸਾਂ ਔਰ ਸਾਨੂੰ ਮਹਿਸੂਸ ਹੋਇਆ ਕਿ ਮੇਰੀ ਭੈਣ ਨੁਸਰਤ ਔਰ ਵਾਲਿਦੈਨ ਨੂੰ ਵੀ ਇਹ ਮਹਿਸੂਸ ਹੋਇਆ ਕਿ ਸਾਡੀ ਬੱਚੀ ਇਸ ਘਰ ਦੇ ਵਿੱਚ ਗੁਜ਼ਾਰਾ ਨਹੀਂ ਕਰ ਸਕੇਗੀ, ਲਿਹਾਜ਼ਾ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹ ਵਾਪਸ ਆਏ ਔਰ ਉਹਨਾਂ ਨੁਸਰਤ ਨੂੰ ਦੱਸਿਆ ਬਿਠਾ ਕੇ ਕਿ ਬੇਟਾ, ਜਿਸ ਲੜਕੇ ਦੇ ਨਾਲ ਤੇਰੀ ਮੁਹੱਬਤ ਹੈ ਜਾਂ ਜਿਸ ਲੜਕੇ ਨੂੰ ਤੂੰ ਪਸੰਦ ਕਰਦੀ ਹੈ, ਅਸੀਂ ਉਹਨਾਂ ਦੇ ਘਰ ਹੋ ਕੇ ਆ ਗਏ, ਉੱਥੇ ਇਹ ਚੀਜ਼ਾਂ ਹਨ ਅਤੇ ਤੂੰ ਤਾਂ ਚੂੰਕਿ ਸ਼ਹਿਰ ਦੇ ਵਿੱਚ ਰਹਿਣ ਵਾਲੀ ਔਰ ਸਾਡੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ, ਤੇਰਾ ਲਾਈਫ ਸਟਾਈਲ ਔਰ ਤੇਰਾ ਸਿਸਟਮ, ਤੇਰਾ ਯਕੀਨਨ ਸਾਨੂੰ ਪਤਾ ਕਿ ਉੱਥੇ ਗੁਜ਼ਾਰਾ ਨਹੀਂ ਹੋ ਸਕਦਾ, ਲਿਹਾਜ਼ਾ ਤੂੰ ਇਸ ਚੀਜ਼ ਨੂੰ ਆਪਣੇ ਜ਼ਹਿਨ ਤੋਂ ਕੱਢ ਦੇ ਔਰ ਅਸੀਂ ਵੀ ਕਦੇ ਨਹੀਂ ਚਾਹਾਂਗੇ ਕਿ ਸਾਡੀ ਬੇਟੀ ਉਸ ਘਰ ਦੇ ਵਿੱਚ ਜਾ ਕੇ ਜ਼ਲਾਲਤ ਭਰੀ ਜ਼ਿੰਦਗੀ ਗੁਜ਼ਾਰੇ। ਅਬ ਨੁਸਰਤ ਡਟ ਗਈ, ਉਸਕੇ ਨੋ, ਕਿਉਂਕਿ ਉਸਦੀ ਤਬੀਅਤ ਬਣ ਚੁੱਕੀ ਸੀ। ਉਸ ਆਖਿਆ ਅੱਬੂ ਇਹ ਕਿਹੜੀ ਗੱਲ ਹੈ, ਮੈਂ ਤੁਹਾਡੀ ਬੇਟੀ ਨਹੀਂ। ਅਦੀਲ ਦੀ ਤੁਸੀਂ ਉਹਦੀ ਪਸੰਦ ਦੇ ਨਾਲ ਪਸੰਦ ਦੀ ਜਗ੍ਹਾ 'ਤੇ ਮੰਗਣੀ ਕਰ ਦਿੱਤੀ ਔਰ ਹਾਂ ਕਰ ਦਿੱਤੀ, ਮੰਗਣੀ ਹੋ ਗਈ ਔਰ ਅਬ ਮੇਰੀ ਬਾਰੀ ਆਈ, ਕਿਆ ਮੈਂ ਤੁਹਾਡੀ ਸੌਤੇਲੀ ਬੇਟੀ ਹਾਂ। ਹਾरून बेशक गरीब है, देहात है, मुश्किल ज़िंदगी है, सब कुछ है, लेकिन मैं ਉਹਦੇ ਨਾਲ ਗੁਜ਼ਾਰਾ ਕਰ ਲਵਾਂਗੀ। अब दोस्तों चूँकि 10 दिन की ਮੁਹੱਬਤ ਅੰਧੀ ਹੁੰਦੀ ਹੈ ਔਰ ਯਕੀਨਨ ਇਸ ਟਾਈਮ ਬੰਦੇ ਨੂੰ ਸਮਝ ਨਹੀਂ ਆਉਂਦੀ, ਜਦੋਂ ਬੰਦਾ ਇਹਨਾਂ ਚੀਜ਼ਾਂ ਦੇ ਸਾਹਮਣੇ ਪ੍ਰੈਕਟੀਕਲ ਲਾਈਫ ਦੇ ਵਿੱਚ ਜਾਂਦਾ ਹੈ, ਚੀਜ਼ਾਂ ਨੂੰ ਫੇਸ ਕਰਦਾ ਹੈ, ਅਤੇ ਫਿਰ ਉਹਦੀ ਅਕਲ ਆਸਤਾ 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 ਆਪਣੀ ਲੈਣ 'ਤੇ ਆਉਣ ਸ਼ੁਰੂ ਹੋ ਜਾਂਦੀ ਹੈ। ਬਾਹਰ ਕੇਫ ਅਦੀਲ ਸਾਹਿਬ ਦੱਸਦੇ ਹਨ ਕਿ ਨੁਸਰਤ ਆਕੜ ਗਈ ਔਰ ਉਸ ਵਾਲਿਦੈਨ ਦੇ ਨਾਲ ਬੜੇ ਉੱਚੇ ਅਲਫਾਜ਼ ਦੇ ਨਾਲ ਬੋਲ ਚਾਲ ਕੀਤੀ ਔਰ ਉਸ ਕਿਹਾ ਕਿ ਮੈਂ ਸ਼ਾਦੀ ਕਰਨੀ ਹੈ ਅਤੇ ਹਾरून ਨਾਲ ਕਰਨੀ ਹੈ, ਵਰਨਾ ਕੁਛ ਵੀ ਇਸਦਾ ਹੋ ਸਕਦਾ, ਲਿਹਾਜ਼ਾ ਕੋਸ਼ਿਸ਼ ਕਰੋ ਕਿ ਮੇਰੀ ਹਾरून ਦੇ ਨਾਲ ਹੀ ਸ਼ਾਦੀ ਹੋਵੇ। ਵਾਲਿਦੈਨ ਵੀ ਆਕੜ ਗਏ ਕਿਉਂਕਿ ਉਹਨਾਂ ਦੀ ਵੀ ਤਬੀਅਤ ਇਸ ਤਰ੍ਹਾਂ ਦੀ ਸੀ। ਉਹਨਾਂ ਕਿਹਾ ਕਿਸੇ ਸੂਰਤ 'ਚ ਅਸੀਂ ਆਪਣੀ ਬੱਚੀ ਹਾरून ਦੇ ਅਕਦ ਵਿੱਚ ਨਹੀਂ ਦੇਵਾਂਗੇ, ਕਿਉਂਕਿ ਸਾਡੀ ਬੱਚੀ ਦੇ ਸਾਨੂੰ ਨਜ਼ਰ ਆ ਰਿਹਾ ਕਿ ਉਸਨੇ ਉੱਥੇ ਗੁਜ਼ਾਰਾ ਨਹੀਂ ਕਰ ਸਕਣਾ, ਲਿਹਾਜ਼ਾ ਉਸਨੂੰ ਜ਼ਲਾਲਤ ਤੋਂ ਬਚਾਉਣ ਵਾਸਤੇ ਇਸਦਾ ਦਿਮਾਗ 'ਤੇ ਚੂੰਕਿ ਕੰਮ ਨਹੀਂ ਕਰ ਰਿਹਾ, ਲੇਕਿਨ ਸਾਡਾ 'ਤੇ ਕੰਮ ਕਰ ਰਿਹਾ, ਅਤੇ ਅਸੀਂ ਕਦੇ ਵੀ ਨੁਸਰਤ ਦੀ ਸ਼ਾਦੀ ਹਾरून ਨਾਲ ਨਹੀਂ ਹੋਣੀ। ਲਿਹਾਜ਼ਾ ਤੋਂ ਅਦੀਲ ਦੱਸਦਾ ਹੈ ਕਿ ਨੁਸਰਤ ਵੀ ਆਕੜੀ ਸੀ ਔਰ ਸਾਡੇ ਵਾਲਿਦੈਨ ਵੀ ਆਕੜ ਗਏ ਕਿ ਉਹਨੇ ਕਿਹਾ ਨਹੀਂ ਦੇਣੀ। ਨੁਸਰਤ ਕਿਹਾ ਕਿ ਮੈਂ ਇੱਥੇ ਹੀ ਕਰਨਾ। ਮਾਹੌਲ ਘਰ ਦਾ ਬੜਾ ਕਸ਼ੀਦਾ ਹੋ ਗਿਆ ਔਰ ਵਕਤ ਤੇ ਚੂੰਕਿ ਰੁਕਦਾ ਨਹੀਂ ਹੈ, ਵਕਤ ਤੇ ਚੱਲ ਰਿਹਾ ਹੁੰਦਾ, ਸੋ ਵਕਤ ਚੱਲਦਾ ਰਿਹਾ। ਨਸ਼ੈਬ ਅਫਰਾਜ਼ ਆਉਂਦੇ ਰਹੇ, ਕਦੇ ਲੜਾਈਆਂ, ਕਦੇ ਗੁੱਸੇ, ਕਦੇ ਕੇ ਤੇ ਕਦੇ ਕੇ। ਬਾਹਰ ਕੇਫ ਜਦੋਂ ਨੁਸਰਤ ਤਾਲੀਮ ਤੋਂ ਫਾਰਿਗ ਹੋਈ ਔਰ ਨੁਸਰਤ ਇਹ ਦੇਖ ਚੁੱਕੀ ਸੀ ਕਿ ਇਹਨਾਂ ਹਾरून ਦੇ ਨਾਲ ਮੈਨੂੰ ਸ਼ਾਦੀ ਨਹੀਂ ਕਰਨ ਦੇਣੀ, ਅਤੇ ਫਿਰ ਉਸਨੇ ਇੱਕ ਦਫਾ ਮੈਨੂੰ ਵੀ ਦੱਸਿਆ
ਕਿ ਅਦੀਲ ਇੱਕ ਦਫਾ ਫਿਰ ਕੋਸ਼ਿਸ਼ ਕਰਦੇ ਹਾਂ ਵਾਲਦੈਨ ਨੂੰ ਮਨਾਉਣ ਦੀ। ਮੈਂ ਵੀ ਹਾਮੀ ਭਰ ਲਈ ਕਿ ਚਲੋ ਠੀਕ ਹੈ, ਇੱਕ ਦਫਾ ਫਿਰ ਗੱਲ ਕਰ ਲੈਣ 'ਚ ਕੋਈ ਹਰਜ ਨਹੀਂ ਹੈ, ਕਿਉਂਕਿ ਵਾਲਿਦ ਨੇ ਇਜਾਜ਼ਤ ਦੇ ਰੱਖੀ ਸੀ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ। ਅਦੀਲ ਕਹਿੰਦਾ ਹੈ ਕਿ ਮੈਂ ਔਰ ਨੁਸਰਤ ਦੁਬਾਰਾ ਵਾਲਦੈਨ ਕੋਲ ਚਲੇ ਗਏ ਔਰ ਉਹਨਾਂ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਵੀ ਦਿਲੀ ਤੌਰ 'ਤੇ ਨਹੀਂ ਸੀ ਚਾਹੁੰਦਾ। ਮੈਂ ਵੀ ਉਹਨਾਂ ਦੇ ਉਸ ਇਲਾਕੇ ਦੇ ਵਿੱਚ ਵਿਜ਼ਿਟ ਕਰ ਆਇਆ ਸੀ, ਉਸ ਇਲਾਕੇ ਨੂੰ ਦੇਖ ਆਇਆ ਸੀ, ਅਤੇ ਮੈਂ ਵੀ ਨਹੀਂ ਸੀ ਚਾਹੁੰਦਾ ਕਿ ਮੇਰੀ ਭੈਣ ਉਸ ਘਰ ਦੇ ਵਿੱਚ ਜਾਵੇ। ਸੋ ਵਾਲਦੈਨ ਵੀ ਨਹੀਂ ਮੰਨੇ ਔਰ ਨੁਸਰਤ ਨੇ ਦੇਖਿਆ ਕਿ ਅਬ ਦਾਲ ਇੱਥੇ ਨਹੀਂ ਗਲ ਸਕਦੀ, ਲਿਹਾਜ਼ਾ ਇੱਕ ਦਿਨ ਜਦੋਂ ਅਸੀਂ ਸੁੱਤੇ ਅਤੇ ਸੁਬਾਹ ਜਦੋਂ ਉੱਠੇ ਤਾਂ ਦੇਖਿਆ ਤਾਂ ਨੁਸਰਤ ਆਪਣੇ ਕਮਰੇ ਦੇ ਵਿੱਚ ਨਹੀਂ ਹੈ। ਅਬ ਵਾਲਿਦ ਸਾਹਿਬ ਨੇ ਰੌਲਾ ਪਾ ਦਿੱਤਾ, ਵਾਲਦਾ ਨੇ ਰੌਲਾ ਪਾ ਦਿੱਤਾ, ਰਿਸ਼ਤੇਦਾਰਾਂ ਦੇ ਘਰ, ਉਹਦੀ ਸਹੇਲੀਆਂ ਦੇ ਘਰ ਦਾएं ਬਾएं ਢੂੰਡਣਾ ਸ਼ੁਰੂ ਹੋ ਗਏ। ਇਸ ਤਰ੍ਹਾਂ ਦੇ ਮਾਮਲਾਤ ਦੇ ਵਿੱਚ ਸਮਝਦਾਰੀ ਦਾ ਤਕਾਜ਼ਾ ਇਹ ਹੁੰਦਾ ਕਿ ਗੱਲ ਨੂੰ ਉਛਾਲਿਆ ਨਾ ਜਾਵੇ, ਜਾਂ ਫਿਰ ਵਾਲਦੈਨ ਜਿਹੜੇ ਹਨ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਸਾਡੇ ਬੱਚੇ ਇਸ ਮਾਮਲੇ ਦੇ ਵਿੱਚ ਕਿਤਨੇ ਅੱਗੇ ਵੱਧ ਚੁੱਕੇ ਹਨ, ਕਿਆ ਇਹ ਕੰਟਰੋਲ ਹੋ ਸਕਦੇ ਨੇ, ਜਾਂ ਫਿਰ ਇੱਥੇ ਇਨਸਾਨ ਨੂੰ ਆਪਣੀ ਇੱਜ਼ਤ ਬਚਾ ਲੈਣੀ ਚਾਹੀਦੀ। ਅਦੀਲ ਸਾਹਿਬ ਦੱਸਦੇ ਨੇ ਕਿ ਵਾਲਿਦ ਨੇ ਬਹੁਤ ਰੌਲਾ ਪਾਇਆ ਰਿਸ਼ਤੇਦਾਰਾਂ ਵਿੱਚ, ਅੱਗੇ ਪਿੱਛੇ ਨੁਸਰਤ ਦਾ ਨੰਬਰ ਵੀ ਬੰਦ ਜਾ ਰਿਹਾ ਔਰ ਕੋਈ ਰਾਬਤਾ ਨਹੀਂ, ਨੁਸਰਤ ਗਾਇਬ, ਔਰ ਆਖਰ 'ਤੇ ਉਹਨਾਂ ਪਰਚਾ ਕਰਾ ਦਿੱਤਾ। ਅਬ ਚੂੰਕਿ ਵਾਲਿਦ ਜਾਣਦਾ ਸੀ, ਉਹਦੇ ਹਾरून ਦੇ ਵਾਲਿਦ ਨੂੰ ਵੀ ਜਾਣਦਾ ਸੀ, ਉਹਦੀ ਵਾਲਦਾ ਨੂੰ ਜਾਣਦਾ ਸੀ, ਉਹਦੇ ਦੀਗਰ ਕਰੀਬੀ ਚਚਾਜ਼ਾਦ ਵਗੈਰਾ ਮਾਮੂਜ਼ਾਦ ਇਹਨਾਂ ਨੂੰ ਜਾਣਦਾ ਸੀ, ਅਤੇ ਉਹਨਾਂ ਉਸ ਪਰਚੇ ਦੇ ਵਿੱਚ, ਜਿਹਨੂੰ FIR ਕਿਹਾ ਜਾਂਦਾ ਹੈ, ਉਸ ਦੇ ਵਿੱਚ ਉਹਨਾਂ ਨੂੰ ਨਾਮੀਨੇਟ ਕਰ ਦਿੱਤਾ। ਅਬ ਉੱਥੇ ਵੀ ਜਾਵਨ ਉਹ ਮਿਲਣ ਨਹੀਂ, ਅਤੇ ਮਜਬੂਰਨ ਫਿਰ ਪਰਚਾ ਕਰਾਉਣਾ ਪਿਆ। ਅਬ ਪੁਲਿਸ ਸ਼ੁਰੂ ਹੋ ਗਈ ਇਸ ਚੱਕਰ ਦੇ ਵਿੱਚ। ਔਰ ਦੂਸਰੀ ਸਾਈਡ ਤੋਂ ਅਦੀਲ ਸਾਹਿਬ ਕਹਿੰਦੇ ਕਿ ਜਦੋਂ ਭੈਣ ਨੂੰ ਪਤਾ ਚੱਲਿਆ ਕਿ ਇਹ ਮਾਮਲਾ ਹੋ ਗਿਆ, ਅਤੇ ਪੁਲਿਸ ਨੇ ਰੇਡ ਕਰਕੇ ਉਹਦੇ ਵਾਲਿਦ ਨੂੰ, ਉਹਦੀ ਵਾਲਦਾ ਨੂੰ ਤਾਂ ਖੈਰ ਨਹੀਂ, ਉਹਦੇ ਵਾਲਿਦ, ਉਹਦੇ ਭਾਈ ਔਰ ਇੱਕ ਦੋ ਮਜ਼ੀਦ ਰਿਸ਼ਤੇਦਾਰ ਜਿਨ੍ਹਾਂ ਨੂੰ ਨਾਮੀਨੇਟ ਕੀਤਾ ਹੋਇਆ ਸੀ, ਉਹਨਾਂ ਨੂੰ ਚੁੱਕ ਕੇ ਥਾਣੇ ਲੈ ਆਏ। ਦੂਸਰੀ ਤਰਫ ਨੁਸਰਤ ਨੇ ਨਿਕਾਹ ਕੋਰਟ ਦੇ ਵਿੱਚ ਨਿਕਾਹ ਕਰਕੇ ਉਸ ਤੋਂ ਬਾਅਦ ਉਹ ਹਾरून ਕੋਲ ਚਲੀ ਗਈ ਸੀ, ਔਰ ਮੈਨੂੰ ਉਸਨੇ ਦੱਸ ਦਿੱਤਾ ਸੀ ਕਿ ਮੈਂ ਨਿਕਾਹ ਕਰ ਲਿਆ, ਕੋਰਟ ਮੈਰਿਜ ਕਰ ਲਈ ਹੈ। ਮੈਂ ਮੁਤਮਿਨ ਸੀ, ਲੇਕਿਨ ਹਾਲਾਤ ਦੇ ਵਿੱਚ ਮੈਂ ਕੁਝ ਕਰ ਨਹੀਂ ਸੀ ਸਕਦਾ, ਕਿਉਂਕਿ ਵਾਲਿਦ ਔਰ ਵਾਲਦਾ ਦਾ ਨੁਸਰਤ 'ਤੇ ਵੀ ਔਰ ਮੇਰੇ 'ਤੇ ਵੀ ਇਤਨਾ ਕੰਟਰੋਲ ਸੀ ਕਿ ਸਾਡੀ ਜੁਰਤ ਨਹੀਂ ਸੀ ਹੁੰਦੀ ਕਿ ਅਸੀਂ ਉਹਨਾਂ ਦੇ ਸਾਹਮਣੇ ਬੋਲ ਸਕੀਏ। ਸੋ ਅਦੀਲ ਦੱਸਦਾ ਹੈ ਕਿ ਨੁਸਰਤ ਨੇ ਕੋਰਟ ਮੈਰਿਜ ਕਰ ਲਈ, ਔਰ ਜਦੋਂ ਥਾਣੇ ਦੇ ਵਿੱਚ ਵੀ ਚੂੰਕਿ ਜਿਹੜੇ ਲੋਕ ਗ੍ਰਿਫਤਾਰ ਹੋਣੇ ਹਨ ਉਹਨਾਂ ਨੂੰ ਉਹਨਾਂ ਚਲਾਨ ਬਣਾ ਕੇ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਜਦੋਂ ਉਹਨਾਂ ਦਾ ਚਲਾਨ ਹੋਇਆ ਉਹ ਅਦਾਲਤ ਦੇ ਵਿੱਚ ਆ ਗਏ, ਔਰ ਇਸ ਸਾਈਡ ਤੋਂ ਨੁਸਰਤ ਔਰ ਹਾरून ਵੀ ਆ ਗਏ, ਔਰ ਉਹਨਾਂ ਕੋਰਟ ਮੈਰਿਜ ਵਾਲੇ ਕਾਗਜ਼ ਉੱਥੇ ਸਬਮਿਟ ਕਰ ਦਿੱਤੇ। ਉਹਨਾਂ ਕਿਹਾ ਅਸੀਂ ਆਪਣੀ ਮਰਜ਼ੀ ਦੇ ਨਾਲ ਸ਼ਾਦੀ ਕੀਤੀ ਹੈ, ਔਰ ਸਾਡੇ ਕੋਲ ਨਿਕਾਹਨਾਮਾ ਮੌਜੂਦ ਹੈ, ਕਾਨੂੰਨੀ ਤੌਰ 'ਤੇ ਸਾਡੇ 'ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੀ ਸ਼ਾਦੀ ਹੋ ਜਾਵੇ, ਲੇਕਿਨ ਵਾਲਦੈਨ ਨਹੀਂ ਮੰਨੇ। ਸੋ ਸਾਨੂੰ ਇਹ ਕਦਮ ਉਠਾਉਣਾ ਪਿਆ, ਔਰ ਹੁਣ ਅਸੀਂ ਮੀਆਂ ਬੀਵੀ ਦੀ ਹੈਸੀਅਤ ਦੇ ਨਾਲ ਇੱਥੇ ਆਏ ਹਾਂ। ਅਬ ਜ਼ਾਹਿਰ ਹੈ ਜੋ ਲੋਕ ਕਾਨੂੰਨ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਸ ਦੇ ਵਿੱਚ ਫਿਰ ਲਾਜ਼ਮੀ ਗੱਲ ਹੈ ਕਿ ਜਿਹੜੇ ਲੋਕ ਗ੍ਰਿਫਤਾਰ ਹਨ ਉਹ ਬਰੀ ਹੋ ਸਕਦੇ ਹਨ, ਕਿਉਂਕਿ ਕਾਨੂੰਨ ਦੇ ਵਿੱਚ ਇਹ ਚੀਜ਼ਾਂ ਮੌਜੂਦ ਹਨ ਕਿ ਜਦੋਂ ਲੜਕੀ ਔਰ ਲੜਕਾ ਜਵਾਨ ਬਾਲਗ ਹਨ ਔਰ ਉਹਨਾਂ ਇਹ ਕਦਮ ਉਠਾ ਲਏ ਅਤੇ ਅਬ ਕਾਨੂੰਨ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦਾ। ਲਿਹਾਜ਼ਾ ਉਹ ਬਰੀ ਹੋ ਕੇ ਚਲੇ ਗਏ, ਔਰ ਨੁਸਰਤ ਹਾरून ਅਲੱਗਾ ਜਿੱਥੇ ਰਹਿ ਰਹੇ ਸਨ, ਉਹਨਾਂ ਕਿਰਾਏ ਦਾ ਘਰ ਲਿਆ ਸੀ ਜਾਂ ਜੋ ਵੀ ਉਹਨਾਂ ਦਾ ਸਿਸਟਮ ਸੀ ਉਹ ਉੱਧਰ ਚਲੇ ਗਏ। ਮਾਮਲਾਤ ਖ਼ਤਮ ਹੋ ਗਏ। ਅਬ ਵਾਲਿਦ ਸਾਹਿਬ ਤੜਪਣ ਕਿ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਦੇਵਾਂ। ਅਦੀਲ ਦੱਸਦੇ ਕਿ ਮੈਂ ਨੁਸਰਤ ਦੇ ਨਾਲ ਰਾਬਤੇ ਵਿੱਚ ਹੈ ਸਾਂ, ਵਾਲਦੈਨ ਉਹਦੇ ਨਾਲ ਰਾਬਤਾ ਨਹੀਂ ਸੀ ਕਰ ਰਹੇ, ਲਿਹਾਜ਼ਾ ਮੈਂ ਉਹਨਾਂ ਨੂੰ ਹੌਸਲਾ ਦਿੱਤਾ। ਹਾरून ਨਾਲ ਮੁਲਾਕਾਤ ਵੀ ਕੀਤੀ ਔਰ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਪਰੇਸ਼ਾਨ ਨਹੀਂ ਹੋਣਾ, ਮੈਂ ਫੁੱਲ ਆਪਣੀ ਜ਼ੋਰ ਲਾ ਕੇ ਆਪਣੀ ਕੋਸ਼ਿਸ਼ ਕਰਕੇ ਉਹਦਾ ਰਾਜ਼ੀਨਾਮਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਅਦੀਲ ਦੱਸਦੇ ਕਿ ਮੈਂ ਆਪਣੀ ਰਿਸ਼ਤੇਦਾਰਾਂ ਵਿੱਚੋਂ ਵਗੈਰਾ ਵਗੈਰਾ ਸਹੀ ਸਮਝਦਾਰ ਕੇ ਟਾਈਪ ਕਿਸਮ ਦੇ ਲੋਕ ਜੋ ਖਾਨਦਾਨ ਦੇ ਵਿੱਚ ਮੌਜੂਦ ਹੋਣੇ ਉਹਨਾਂ ਨੂੰ ਵਿੱਚ ਪਾ ਕੇ ਉੱਧਰੋਂ ਹਾरून ਸਾਹਿਬ ਦੇ ਘਰ ਨਾਲ ਗੱਲਬਾਤ ਕਰਕੇ ਔਰ ਬੜੀ ਮੁਸ਼ਕਿਲ ਦੇ ਨਾਲ ਆਪਣੇ ਅੱਬੂ ਨੂੰ ਮਨਾ ਲਿਆ ਕਿ ਠੀਕ ਹੈ ਅਸੀਂ ਬਹਿ ਕੇ ਗੱਲਬਾਤ ਕਰਦੇ ਹਾਂ ਔਰ ਇਸ ਮਾਮਲੇ ਨੂੰ ਖ਼ਤਮ ਕਰ ਦੇਣਾ।
ਅਦੀਲ ਦੱਸਦੇ ਕਿ ਇੱਕ ਜਗ੍ਹਾ ਦਾ ਤਾਅਯੁਨ ਕੀਤਾ ਗਿਆ ਔਰ ਉਸ ਜਗ੍ਹਾ ਦੇ ਵਿੱਚ ਕਿਸੇ ਵੱਡੇ ਡੇਰੇ ਦੇ ਵਿੱਚ ਸੈਟਿੰਗ ਅਰੇਂਜਮੈਂਟ ਹੋਇਆ ਔਰ ਟਾਈਮ ਤੈਅ ਹੋ ਗਿਆ ਔਰ ਹਾरून ਦੇ ਘਰ ਵਾਲਿਆਂ ਨੂੰ ਵੀ ਦੱਸਿਆ ਗਿਆ। ਉਹ ਮੁਕਰਰਾ ਵਕਤ 'ਤੇ ਪਹੁੰਚ ਗਏ ਆਪਣੇ ਚੰਦ ਬੰਦੇ ਲੈ ਕੇ ਅਤੇ ਬਹਿ ਕੇ ਗੱਲਬਾਤ ਸਾਡੀ ਹੋਈ। ਅਬ ਦੋਸਤੋ, ਚੂੰਕਿ ਪੰਜਾਬ ਦੇ ਵਿੱਚ ਜਿਹੜਾ ਵਡੇਰਾ ਸਿਸਟਮ ਹੈ ਜਾਂ ਸਮਝ ਲਓ ਕਿ ਜੋ ਲੋਕ ਕਮ ਪੜ੍ਹੇ ਲਿਖੇ ਨੇ ਉਹਨਾਂ ਦੇ ਵਿੱਚ ਇੱਕ ਜਾਹਿਲਾਨਾ ਰਸਮ ਹੈ ਔਰ ਕਹਾਣੀ ਦੇ ਵਿੱਚ ਮੈਂ ਸੁਣਾਉਣੀ ਹੈ ਔਰ ਤੁਸੀਂ ਸਮਝ ਜਾਓਗੇ ਕਿ ਉਹ ਕਿਹੜੀ ਰਸਮ ਹੈ। ਇਹਨਾਂ ਦੀ ਜਦੋਂ ਉਸ ਡੇਰੇ 'ਤੇ ਬਹਿ ਕੇ ਗੱਲਬਾਤ ਸ਼ੁਰੂ ਹੋਈ ਹੈ, ਅਦੀਲ ਦੱਸਦੇ ਕਿ ਵਾਲਿਦ ਦੇ ਜ਼ਹਿਨ ਵਿੱਚ ਪਤਾ ਨਹੀਂ ਕੀ ਆਇਆ, ਉਹਨਾਂ ਇੱਕ ਸ਼ਰਤ ਰੱਖ ਦਿੱਤੀ। ਉਹਨੇ ਕਿਹਾ ਠੀਕ ਹੈ, ਜੋ ਕੁਝ ਹੋ ਗਿਆ ਇਸ ਨੂੰ ਅਸੀਂ ਭੁੱਲ ਜਾਂਦੇ ਹਾਂ, ਲੇਕਿਨ ਮੇਰੀ ਇੱਕ ਸ਼ਰਤ ਹੈ। ਅਬ ਜੋ ਲੋਕ ਉਸ ਕੰਪਾਊਂਡ ਦੇ ਵਿੱਚ ਜਾਂ ਉਸ ਡੇਰੇ ਦੇ ਵਿੱਚ ਬੈਠੇ ਸਨ, ਉਹਨਾਂ ਕਿਹਾ ਠੀਕ ਹੈ ਜੀ, ਤੁਸੀਂ ਆਪਣੀ ਸ਼ਰਤ ਦੱਸੋ। ਅਬ ਅਦੀਲ ਕਹਿੰਦਾ ਮੈਂ ਵੀ ਉੱਥੇ ਬੈਠਾ ਸੀ ਅਤੇ ਵਾਲਿਦ ਸਾਹਿਬ ਨੇ ਸ਼ਰਤ ਰੱਖੀ ਕਿ ਹਾरून ਦੀ ਜਿਹੜੀ ਭੈਣ ਹੈ ਕਾਰ, ਉਸ ਦਾ ਰਿਸ਼ਤਾ ਮੇਰੇ ਬੇਟੇ ਨੂੰ ਦਿਓ ਅਤੇ ਇਸ ਮਾਮਲੇ ਨੂੰ ਅਸੀਂ ਖ਼ਤਮ ਕਰਨ ਵਾਸਤੇ ਤਿਆਰ ਹਾਂ, ਔਰ ਅਗਰ ਤੁਸੀਂ ਉਸਦਾ ਰਿਸ਼ਤਾ ਸਾਨੂੰ ਨਹੀਂ ਦਿਓਗੇ ਤਾਂ ਫਿਰ ਅਸੀਂ ਰਾਜ਼ੀਨਾਮਾ ਨਹੀਂ ਕਰਦੇ। ਅਬ ਅਦੀਲ ਵੀ ਪਰੇਸ਼ਾਨ, ਲੋਕ ਵੀ ਪਰੇਸ਼ਾਨ ਔਰ ਅਦੀਲ ਦਾ ਚੂੰਕਿ ਮੰਗਣਾ ਹੋ ਚੁੱਕਿਆ ਸੀ ਆਪਣੀ ਪਸੰਦ ਲੜਕੀ ਜਿਹੜੀ ਹੈ ਅਫਸ਼ਾਂ, ਉਹਦੇ ਨਾਲ। ਅਦੀਲ ਨੇ ਜਦੋਂ ਵਾਲਿਦ ਦਾ ਇਹ ਫੈਸਲਾ ਸੁਣਿਆ ਤਾਂ ਕਹਿੰਦਾ ਮੇਰੇ ਪੈਰਾਂ ਤਲੋਂ ਜ਼ਮੀਨ ਖਿਸਕ ਗਈ ਕਿ ਅੱਬੂ ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ। ਬਾਹਰ ਕੈਫ ਉਸ ਮਹਿਫਿਲ ਦੇ ਵਿੱਚ, ਉਸ ਡੇਰੇ ਦੇ ਵਿੱਚ ਕਹਿੰਦੇ ਕਿ ਮੈਂ ਖਾਮੋਸ਼ ਰਿਹਾ, ਮੇਰੇ ਚਿਹਰੇ 'ਤੇ ਰੰਗ ਆਵੇ ਔਰ ਜਾਵੇ, ਲੇਕਿਨ ਹਾरून ਦੇ ਵਾਲਿदैन ਨੇ ਕਿਹਾ ਕਿ ਠੀਕ ਹੈ, ਸਾਨੂੰ ਸੋਚਣ ਦਾ ਮੌਕਾ ਦਿਓ। ਉਹਨੇ ਕਿਹਾ ਠੀਕ ਹੈ, ਕੋਈ ਮਸਲਾ ਨਹੀਂ ਹੈ। ਉਹ ਦੋਵੇਂ ਮੀਆਂ ਬੀਵੀ ਔਰ ਉਹਨਾਂ ਦਾ ਭਾਈ ਜਾਂ ਉਹਨਾਂ ਦਾ ਜੋ ਕਰੀਬੀ ਰਿਸ਼ਤੇਦਾਰ ਸੀ, ਉਹ ਉੱਠ ਕੇ ਇੱਕ ਸਾਈਡ 'ਤੇ ਚਲੇ ਗਏ। ਅੱਧਾ ਪੌਣਾ ਘੰਟਾ ਉਹਨਾਂ ਆਪਸ ਦੇ ਵਿੱਚ ਮਸ਼ਵਰਾ ਕੀਤਾ ਕਿ ਕੀ ਕਰਨਾ ਚਾਹੀਦਾ ਔਰ ਬਿਲਾ ਆਖਿਰ ਉਹਨਾਂ ਵਾਪਸੀ ਆ ਕੇ ਉਸ ਮਹਿਫਿਲ ਦੇ ਵਿੱਚ ਦੱਸਿਆ ਕਿ ਠੀਕ ਹੈ ਜੀ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਲਿਹਾਜ਼ਾ ਅਸੀਂ ਆਪਣੀ ਬੇਟੀ ਅਦੀਲ ਨੂੰ ਦੇਣ ਵਾਸਤੇ ਤਿਆਰ ਹਾਂ। ਅਬ ਇਸ ਗੱਲ 'ਤੇ ਦੁਆਏ ਖੈਰ ਹੋ ਗਈ ਔਰ ਲੋਕ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਔਰ ਮੇਰੇ ਅੰਦਰ ਅੱਗ ਲਾ ਕੇ ਚਲੇ ਗਏ। ਖੈਰ ਮੇਰੇ ਅੰਦਰ ਜਿਹੜੇ ਮਾਮਲਾਤ ਸਨ ਉਹ ਤਾਂ ਮੇਰੇ ਵਾਲਿਦ ਦੀ ਵਜ੍ਹਾ ਤੋਂ ਬਣੇ ਸਨ, ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਬਾਹਰ ਕੈਫ ਵਕਤ ਗੁਜ਼ਰਦਾ ਰਿਹਾ, ਕਹਿੰਦੇ ਮੈਂ ਜਦੋਂ ਵਾਪਸ ਘਰ ਆਇਆ ਅਤੇ ਮੈਂ ਆ ਕੇ ਪਿੱਟਣਾ ਸ਼ੁਰੂ ਕਰ ਦਿੱਤਾ ਵਾਲਿਦ ਨੂੰ, ਕਿ ਵਾਲਿਦ ਸਾਹਿਬ ਨੂੰ, ਕਿ ਬਈ ਮੇਰਾ ਕੀ ਕਸੂਰ ਹੈ, ਮੈਂ ਤਾਂ ਆਲਰੇਡੀ ਮੰਗਣੀ ਕਰ ਰੱਖੀ ਹੈ ਔਰ ਉਸ ਲੜਕੀ ਦੇ ਨਾਲ, ਉਹਨਾਂ ਦੇ ਘਰ ਵਾਲਿਆਂ ਨਾਲ ਤੁਸੀਂ ਵੀ ਮਿਲ ਚੁੱਕੇ ਹੋ ਔਰ ਤੁਸੀਂ ਮੁਤਮੈਨ ਸੋ, ਤੁਹਾਨੂੰ ਵੀ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਸੀ, ਅੱਛੇ ਲੋਕ ਹਨ, ਅਤੇ ਫਿਰ ਮੈਨੂੰ ਕਿਉਂ ਬਲੀ ਚੜ੍ਹਾ ਰਹੇ ਹੋ, ਮੇਰੀ ਕੁਰਬਾਨੀ ਕਿਸ ਚੱਕਰ 'ਚ ਤੁਸੀਂ ਦੇ ਰਹੇ ਹੋ। ਅਦੀਲ ਕਹਿੰਦਾ ਕਿ ਮੇਰੇ ਵਾਲਿਦ ਕਿਹਾ ਕਿ ਬੱਚੇ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਇਹ ਲੜਕੀ ਬਤੌਰ ਅਸੀਂ ਤੇਰੀ ਭੈਣ ਦੀ ਜ਼ਮਾਨਤ ਲੈ ਕੇ ਆ ਰਹੇ ਹਾਂ ਔਰ ਇਸ ਨੂੰ ਸਿਰਫ ਇੱਕ ਸਬੂਤ ਦੇ ਤੌਰ 'ਤੇ ਅਸੀਂ ਆਪਣੇ ਕੋਲ ਰੱਖਾਂਗੇ ਔਰ ਜਿਸ ਤਰ੍ਹਾਂ ਦਾ ਵਰਤਾਓ ਉਹ ਤੇਰੀ ਭੈਣ ਨੁਸਰਤ ਦੇ ਨਾਲ ਕਰਨਗੇ, ਅਸੀਂ ਸੇਮ ਇਸੇ ਤਰ੍ਹਾਂ ਦਾ ਇਹਦੇ ਨਾਲ ਵਰਤਾਓ ਕਰਾਂਗੇ, ਅਤੇ ਲਿਹਾਜ਼ਾ ਉਹ ਇਸ ਚੱਕਰ ਵਿੱਚ ਤੇਰੀ ਭੈਣ ਨੁਸਰਤ ਵਾਸਤੇ ਆਸਾਨੀਆਂ ਹੀ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਅਤੇ ਤੂੰ ਨਹੀਂ ਸਮਝਦਾ ਬੱਚੇ, ਮੈਂ ਤੈਨੂੰ ਦੱਸ ਰਿਹਾ ਕਿ ਕੋਈ ਮਸਲਾ ਨਹੀਂ, ਤੂੰ ਅਫਸ਼ਾਂ ਦੇ ਨਾਲ ਵੀ ਸ਼ਾਦੀ ਕਰ ਔਰ ਉਸ ਤੋਂ ਇਲਾਵਾ 2 ਸ਼ਾਦੀਆਂ ਹੋਰ ਕਰਨੀਆਂ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਇਹ ਸ਼ਾਦੀ ਹਰ ਸੂਰਤ ਦੇ ਵਿੱਚ ਤੈਨੂੰ ਕਰਨੀ ਪੈਣੀ ਹੈ। ਅਦੀਲ ਪਰੇਸ਼ਾਨ, ਅਬ ਕੀ ਬਣੇਗਾ। ਬਾਹਰ ਕੈਫ ਚੂੰਕਿ ਵਾਲਿदैन ਦਾ ਹੋਲਡ ਸੀ ਔਰ ਉਹ ਬੋਲ ਨਹੀਂ ਸੀ ਸਕਦਾ, ਲਿਹਾਜ਼ਾ ਉਹ ਖਾਮੋਸ਼ ਹੋ ਗਿਆ ਕਿ ਅਬ ਕੀ ਕੀਤਾ ਜਾ ਸਕਦਾ ਹੈ। ਖੈਰ ਅਦੀਲ ਕਹਿੰਦਾ ਕਿ ਮੇਰੇ ਅੰਮੀ ਅੱਬੂ ਗਏ ਉੱਥੇ, ਮਾਮਲਾਤ ਤੈਅ ਹੋਏ, ਫਿਰ ਇਹਨਾਂ ਦਾ ਚੂੰਕਿ ਰਾਜ਼ੀਨਾਮਾ ਹੋ ਚੁੱਕਿਆ ਸੀ, ਅਬ ਰਿਸ਼ਤਾ ਹੋਣਾ ਸੀ, ਮਾਮਲਾਤ ਠੰਡੇ ਪੈ ਗਏ ਔਰ ਆਉਣ ਜਾਣ ਸ਼ੁਰੂ ਹੋ ਗਿਆ। ਮਾਮਲਾਤ ਤੈਅ ਹੁੰਦੇ ਹੁੰਦੇ ਅਬ ਮੈਂ ਅਫਸ਼ਾਂ ਦੇ ਅੱਗੇ ਵੀ ਪਰੇਸ਼ਾਨ ਕਿ ਉਸ ਦਾ ਕੀ ਬਣੇਗਾ ਜਾਂ ਉਸ ਦਾ ਕੀ ਕਸੂਰ ਹੈ। ਅਦੀਲ ਦੱਸਦਾ ਕਿ ਮੇਰੇ ਵਾਲਿਦ ਨੇ ਅਫਸ਼ਾਂ ਨੂੰ ਮੇਰੇ ਗੈਰ ਮੌਜੂਦਗੀ ਦੇ ਵਿੱਚ ਫ਼ੋਨ ਕਰਕੇ ਉਸਨੂੰ ਦੱਸਿਆ ਕਿ ਬਈ ਸਾਡੇ ਘਰ ਦਾ ਜਿਹੜਾ ਮਾਮਲਾਤ ਹਨ, ਜੋ ਹੈਪਨ ਹੋ ਚੁੱਕੀ ਹੈ, ਉਸ ਦੇ ਵਿੱਚ ਸਾਡਾ ਮਾਮਲਾ ਇਸ ਡੱਗਰ 'ਤੇ ਚੱਲ ਪਿਆ, ਲਿਹਾਜ਼ਾ ਬੇਟਾ ਅਫਸ਼ਾਂ ਤੂੰ ਅਦੀਲ ਨੂੰ ਅਗਰ ਭੁੱਲ ਜਾ ਤਾਂ ਇਹ ਤੇਰੇ ਵਾਸਤੇ ਇਹਦੇ ਵਿੱਚ ਬਿਹਤਰੀ ਹੈ। ਅਦੀਲ ਕਹਿੰਦਾ ਕਿ ਅਫਸ਼ਾਂ ਮੈਨੂੰ ਫ਼ੋਨ ਕੀਤਾ ਕਿ ਤੇਰੇ ਵਾਲਿਦ ਸਾਹਿਬ ਇਸ ਤਰ੍ਹਾਂ ਦੀ ਗੱਲ ਮੇਰੇ ਨਾਲ ਕੀਤੀ ਹੈ ਅਤੇ ਇਹ ਕੀ ਚੱਕਰ ਹੈ। ਅਦੀਲ ਕਹਿੰਦਾ ਕਿ ਮੈਂ ਅਫਸ਼ਾਂ ਨੂੰ ਕਿਹਾ ਕਿ ਦੇਖ ਤੂੰ ਪਰੇਸ਼ਾਨ ਨਾ ਹੋ, ਇਹ ਬਸ ਸਿਰਫ ਇੱਕ ਸਾਡੀ ਇੱਕ ਜਾਹਿਲਾਨਾ ਰਸਮ ਹੈ ਜਿਸ ਦੀ ਬਲੀ ਮੈਂ ਚੜ੍ਹ ਗਿਆ, ਲੇਕਿਨ
ਤੇਰੇ ਨਾਲ ਇਨਸ਼ਾਅੱਲਾ ਮੇਰੀ ਅਸਲ ਸ਼ਾਦੀ ਤੇਰੇ ਨਾਲ ਹੋਏਗੀ। ਇਹ ਤੇ ਐਜ਼ ਏ ਬਤੌਰ ਜ਼ਮਾਨਤ ਮੇਰੀ ਮਜਬੂਰੀ ਬਣ ਗਈ ਹੈ। ਕਿਉਂਕਿ ਮੈਂ ਵਾਲਦੈਨ ਦੇ ਅੱਗੇ ਬੋਲ ਨਹੀਂ ਸਕਦਾ ਤੇ ਲਿਹਾਜ਼ਾ ਤੈਨੂੰ ਇਹ ਬਰਦਾਸ਼ਤ ਕਰਨਾ ਪੈਣਾ। ਕਹਿੰਦੇ ਗੱਲ ਸੁਣ ਕੇ ਉਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਅਫਸ਼ਾ ਨੇ ਨੰਬਰ ਕੱਟ ਦਿੱਤਾ ਔਰ ਨੰਬਰ ਬਲਾਕ ਕਰ ਦਿੱਤਾ। ਮਾਮਲਾਤ ਖ਼ਤਮ ਹੋ ਗਏ। ਅਬ ਜਨਾਬ ਮੁਹੱਬਤ ਕਰਨ ਵਾਲੇ ਲੋਕਾਂ ਦੀ ਜ਼ੁਬਾਨ ਦੇ ਵਿੱਚ ਕਿਹਾ ਜਾਂਦਾ ਬ੍ਰੇਕਅਪ। ਅਬ ਇਹਨਾਂ ਦਾ ਬ੍ਰੇਕਅਪ ਹੋ ਗਿਆ। ਅਬ ਹਾरून ਦੱਸਦੇ ਕਿ ਮੁਕਰਰ ਤਾਰੀਖ ਤੇ ਮੈਂ ਤੇ ਇੱਕ ਲਾਸ਼ ਦੀ ਮਾਨਦ ਸ਼ਾਦੀ ਵਾਸਤੇ ਤਿਆਰ ਹੋਇਆ ਸੀ ਤੇ ਦਿਲੋਂ ਬੜਾ ਖਫਾ ਸੀ, ਲੇਕਿਨ ਮਜਬੂਰ ਸੀ। ਔਰ ਮੈਂ ਸੋਚਿਆ ਕਿ ਚਲੋ ਵਾਲਦੈਨ ਨੇ ਜੋ ਫੈਸਲਾ ਕੀਤੇ, ਅਬ ਚੂੰ ਕਰਾਂ ਚਰਾਂ ਕਰਾਂ ਕੁਛ ਵੀ ਕਰਾਂ ਕੁਛ ਵੀ ਨਹੀਂ ਹੋ ਸਕਦਾ। ਲਿਹਾਜ਼ਾ ਇੱਕ ਲਾਸ਼ ਦੀ ਮਾਨਦ ਮਾਹੌਲ ਦੇ ਵਿੱਚ ਫਿਰੀ ਜਾਓ, ਤੱਕੀ ਜਾਏਗੀ। ਅਦੀਲ ਕਹਿੰਦਾ ਮੈਨੂੰ ਦੁੱਲਾ ਬਣਾ ਕੇ ਉਹਨਾਂ ਦੇ ਘਰ ਲਿਜਾਇਆ ਗਿਆ ਔਰ ਹਾरून ਦੀ ਭੈਣ ਸਮਰੀਨ, ਜਿਸ ਨੂੰ ਮੈਂ ਅੱਜ ਤੱਕ ਦੇਖਿਆ ਨਹੀਂ ਸੀ, ਉਹ ਅਨਪੜ੍ਹ ਸੀ ਔਰ ਸਾਡੀ ਵੱਟੇ ਸੱਟੇ ਦੀ ਸ਼ਾਦੀ ਸਾਡੇ ਵਾਲਦੈਨ ਨੇ ਸਾਡੀ ਮਰਜ਼ੀ ਤੋਂ ਬਗੈਰ ਕਰਾ ਦਿੱਤੀ ਔਰ ਸਮਰੀਨ ਵਿਆਹ ਕੇ ਸਾਡੇ ਘਰ ਆ ਗਈ। ਅਬ ਪਹਿਲੇ ਦਿਨ ਜਿਉਂ ਘਰ ਦੇ ਵਿੱਚ ਇੰਟਰ ਹੋਈਏ ਤੇ ਮੇਰੀ ਵਾਲਦਾ ਨੇ ਉਸਨੂੰ ਕਿਹਾ ਕਿ ਖ਼ਤਮ, ਝਾੜੂ ਚੁੱਕ ਔਰ ਇਸ ਸੈਨ ਦੇ ਵਿੱਚ ਝਾੜੂ ਦੇਣਾ ਸ਼ੁਰੂ ਕਰ। ਉਸ ਵਿਚਾਰੀ ਘੂੰਘਟ ਵੀ ਕੀਤਾ ਹੋਇਆ, ਸ਼ਾਦੀ ਵਾਲਾ ਜੋੜਾ ਵੀ ਪਾਇਆ ਔਰ ਹੱਥ ਦੇ ਵਿੱਚ ਝਾੜੂ ਔਰ ਸੈਨ ਦੇ ਵਿੱਚ ਝਾੜੂ ਦੇ ਰਹੀ ਹੈ। ਇਹ ਉਹ ਹੁਕਮ ਬਜਾ ਲਾ ਰਹੀ ਸੀ। ਮੈਂ ਉਸਦੀ ਸ਼ਕਲ ਵੀ ਨਹੀਂ ਸੀ ਦੇਖੀ ਔਰ ਮੈਨੂੰ ਇੰਟਰਸਟ ਵੀ ਨਹੀਂ ਸੀ, ਕਿਉਂਕਿ ਮੇਰੀ ਪਸੰਦ ਅਫਸ਼ਾਂ ਸੀ। ਲਿਹਾਜ਼ਾ ਮੇਰੇ ਵਾਸਤੇ ਆਮ ਇੱਕ ਲਾਸ਼ ਫਿਰ ਰਹੀ ਸੀ। ਅਦੀਲ ਕਹਿੰਦਾ ਖੈਰ ਮੈਨੂੰ ਮੇਰੇ ਵਾਲਦੈਨ ਨੇ ਸ਼ਾਮ ਨੂੰ ਸਮਝਾ ਕੇ ਭੇਜਾ ਕਿ ਬੇਟਾ ਤੂੰ ਚਲਾ ਜਾ, ਅਬ ਤੂੰ ਕਿਉਂਕਿ ਉਹ ਤੇਰੀ ਬੀਵੀ ਹੈ, ਉਹਦੇ ਕੋਲ ਜਾ ਔਰ ਟਾਈਮ ਸਪੈਂਡ ਕਰ। ਅਦੀਲ ਕਹਿੰਦਾ ਮਜਬੂਰਨ ਦਿਲ ਮੇਰਾ ਨਹੀਂ ਸੀ ਕਰ ਰਿਹਾ, ਲੇਕਿਨ ਮੈਨੂੰ ਜਾਣਾ ਪਿਆ ਔਰ ਮੈਂ ਕਮਰੇ ਦੇ ਵਿੱਚ ਇੰਟਰ ਹੋ ਕੇ ਇੱਕ ਸਾਈਡ ਤੇ ਹੋ ਕੇ ਲੇਟ ਗਿਆ। ਅਬ ਉਹ ਬੈਠੀ ਇੰਤਜ਼ਾਰ ਕਰ ਰਹੀ ਹੈ ਵਿਚਾਰੀ। ਕਹਿੰਦਾ ਮੈਂ ਜਦੋਂ ਕਾਫੀ ਦੇਰ ਬੈਠਾ ਰਿਹਾ, ਕੋਈ ਗੱਲਬਾਤ ਨਹੀਂ, ਕਿਉਂਕਿ ਅਨਪੜ੍ਹ ਸੀ ਵਿਚਾਰੀ ਔਰ ਨਾ ਮੇਰੀ ਵਾਕਫ ਨਾ ਮੈਂ ਉਹਦਾ ਵਾਕਫ, ਨਾ ਉਸ ਮੇਰੀ ਸ਼ਕਲ ਦੇਖੀ ਨਾ ਮੈਂ ਉਸਦੀ ਸ਼ਕਲ ਦੇਖੀ। ਕਹਿੰਦਾ ਖੈਰ ਮੈਂ ਅੱਗੇ ਹੋ ਕੇ ਜਦੋਂ ਉਸਦਾ ਘੁੰਘਟ ਚੁੱਕਿਆ, ਕਹਿੰਦਾ ਮੇਰੇ ਤੇ ਪੈਰਾਂ ਤਲੋਂ ਜ਼ਮੀਨ ਨਿਕਲ ਗਈ। ਇਤਨੀ ਖੂਬਸੂਰਤ ਕਿ ਮੈਂ ਆਪਣੇ ਆਪ ਨੂੰ ਚੁੰਡੀ ਵੱਢ ਕੇ ਦੇਖਿਆ ਕਿ ਮੈਂ ਜ਼ਿੰਦਾ ਜਾਂ ਮੈਂ ਕਿਸ ਮਾਹੌਲ ਦੇ ਵਿੱਚ ਫਿਰ ਰਿਹਾ ਹਾਂ, ਮੈਂ ਮਰ ਤਾਂ ਨਹੀਂ ਚੁੱਕਿਆ ਕਿਧਰ। ਅਦੀਲ ਨੇ ਕਸਮ ਚਾਹ ਕੇ ਦੱਸਿਆ ਕਿ ਇਤਨੀ ਖੂਬਸੂਰਤ ਲੜਕੀ ਕਹਿੰਦਾ ਮੈਂ ਆਪਣੀ ਲਾਈਫ ਦੇ ਵਿੱਚ ਨਹੀਂ ਦੇਖੀ। ਔਰ ਜਦੋਂ ਸਾਡੀ ਗੱਲਬਾਤ ਹੋਈ ਤੇ ਜੀ ਹਾਂ, ਔਰ ਮੈਂ ਬੜਾ ਪਰੇਸ਼ਾਨ ਕਿ ਯਾ ਅੱਲਾ ਇਹ ਮੇਰੇ ਨਾਲ ਕੀ ਹੋ ਰਿਹਾ। ਅਫਸ਼ਾਂ ਤੇ ਇਸ ਦੇ ਸਾਹਮਣੇ ਕੋਈ ਚੀਜ਼ ਹੀ ਨਹੀਂ ਸੀ। ਕਹਿੰਦਾ ਮੈਨੂੰ ਯਕੀਨ ਨਾ ਆਵੇ ਕਿ ਇਹ ਹੋ ਕੀ ਗਿਆ ਮੇਰੇ ਨਾਲ। ਇਤਨੀ ਖੂਬਸੂਰਤ ਲੜਕੀ, ਇਤਨੀ ਖੂਬਸੂਰਤ ਲੜਕੀ ਕਿ ਮੈਨੂੰ ਬਾਰ ਬਾਰ ਚੱਕਰ ਆਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਕਿ ਇਹ ਕੀ ਹੋ ਗਿਆ। ਬਾਹਰ ਕੈਫ ਕਹਿੰਦਾ ਮੈਂ ਰਾਤ ਗੁਜ਼ਾਰੀ ਔਰ ਸੁਬਹ ਫਿਰ ਮੇਰੇ ਜ਼ਹਿਨ ਤੋਂ ਨਿਕਲ ਗਈ। ਫਿਰ ਮੇਰੇ ਜ਼ਹਿਨ ਵਿੱਚ ਅਫਸ਼ਾਂ ਆ ਗਈ। ਅਫਸ਼ਾਂ ਦਾ ਮੈਂ ਨੰਬਰ ਮਿਲਾਵਾਂ, ਅਫਸ਼ਾਂ ਨੰਬਰ ਮੇਰਾ ਬਲਾਕ ਕੀਤਾ ਹੋਇਆ। ਔਰ ਦਿਨ ਗੁਜ਼ਰਦੇ ਰਹੇ ਔਰ ਸਮਰੀਨ ਰੋਬੋਟ ਦੀ ਤਰ੍ਹਾਂ, ਜਿਸ ਤਰ੍ਹਾਂ ਮੇਰੀ ਵਾਲਦਾ ਮੇਰਾ ਵਾਲਿਦ ਉਸਨੂੰ ਹੁਕਮ ਦੇਵੇ, ਉਹ ਰੋਬੋਟ ਦੀ ਤਰ੍ਹਾਂ ਲੱਗੀ ਰਹੇ ਵਿਚਾਰੀ। ਕੋਈ ਚੂੰ ਨਹੀਂ, ਕੋਈ ਚਰਾਂ ਨਹੀਂ, ਫਰਮਾਂ ਬਰਦਾਰ। ਔਰ ਉਹਨੂੰ ਸਖਤ ਗੱਲ ਵੀ ਕਹਿ ਦਿਓ ਤੇ ਮੁਸਕਰਾ ਕੇ ਬਰਦਾਸ਼ਤ ਕਰ ਲੈਣਾ ਵਗੈਰਾ ਵਗੈਰਾ। ਕਹਿੰਦਾ ਇਸ ਪੀਰੀਅਡ ਦੇ ਦੌਰਾਨ ਕੁਝ 4-6 ਮਹੀਨੇ ਜਦੋਂ ਗੁਜ਼ਰ ਗਏ, ਮਰੀਨ ਦੀ ਪੂਰੀ ਇੱਕ ਫਿਲਮ ਸਾਡੇ ਅੱਗੇ ਆ ਗਈ ਕਿ ਇੰਤਹਾਈ ਮੁਖਤਸਰ ਉਹ ਕਹਿ ਰਿਹਾ ਕਿ ਮੈਂ ਦੱਸਾਂ ਕਿ ਇੰਤਹਾਈ ਸਮਝਦਾਰ, ਬੇਸ਼ੱਕ ਅਨਪੜ੍ਹ ਲੇਕਿਨ ਸਮਝਦਾਰੀ ਦੀ ਇੰਤਹਾ। ਕੋਈ ਆਰਗੂਮੈਂਟ ਨਹੀਂ, ਕੋਈ ਹੁਕਮ ਅਦੁਲੀ ਨਹੀਂ, ਬੜੇ ਬਿਹਤਰੀਨ ਤਰੀਕੇ ਨਾਲ ਉਸਨੇ ਘਰ ਨੂੰ ਸਾਂਭਿਆ। ਰੋਟੀ ਦੇ ਰਹੀ ਹੈ ਬਣਾ ਕੇ, ਖਿਦਮਤ ਕਰ ਰਹੀ ਹੈ, ਪਾਣੀ ਪਿਲਾ ਰਹੀ ਹੈ, ਚਾਹ ਪਿਲਾ ਰਹੀ ਹੈ, ਜੁੱਤੀਆਂ ਪਾਲਿਸ਼ ਕਰ ਰਹੀ ਹੈ, ਕੱਪੜੇ ਧੁਲਾਈ ਕਰ ਰਹੀ ਹੈ। ਯਾਨੀ ਕਿ ਕਿਸੇ ਕਿਸਮ ਦਾ ਉਸਨੇ ਸਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਔਰ ਫਿਰ ਕਹਿੰਦੇ ਕਿ ਇੱਕ ਦਿਨ ਮੈਂ ਅਫਸ਼ਾਂ ਦਾ ਆਪਣੇ ਤਰੀਕੇ ਨਾਲ ਪਤਾ ਕਰਾਇਆ ਕਿ ਮੈਂ ਉਹਦੇ ਨਾਲ ਰਾਬਤਾ ਕਰਾਂ ਔਰ ਹਾਂ ਉਹਦੇ ਨਾਲ ਮੈਂ ਸ਼ਾਦੀ ਕਰ ਲਵਾਂ। ਕਹਿੰਦੇ ਜਦੋਂ ਮੈਂ ਆਪਣੇ ਸੋਰਸ ਦੇ ਜ਼ਰੀਏ ਮਾਲੂਮਾਤ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਇਹ ਚੱਲਿਆ ਕਿ ਅਫਸ਼ਾਂ ਦੀ ਸ਼ਾਦੀ ਨੂੰ 1.5 ਤੋਂ 2 ਮਹੀਨੇ ਹੋ ਚੁੱਕੇ ਨੇ। ਤੋ ਸਿਸਟਮ ਹੀ ਖਤਮ ਹੋ ਗਿਆ। ਅਬ ਮੈਂ ਕੁਛ ਵੀ ਨਹੀਂ ਸੀ ਕਰ ਸਕਦਾ, ਨਾ ਹੀ ਉਹ ਮੇਰੇ ਨਾਲ ਰਾਬਤਾ ਕਰਦੀ ਸੀ ਔਰ ਦੀ ਐਂਡ ਹੋ ਗਿਆ ਸਿਸਟਮ। ਵਾਪਸੀ ਤੇ ਘਰ ਆ ਗਿਆ, ਬੜਾ ਪਰੇਸ਼ਾਨੀ ਦਾ ਆਲਮ।
ਔਰ ਫਿਰ ਇਸ ਚੀਜ਼ ਨੂੰ ਮੈਂ ਕਬੂਲ ਕਰ ਲਿਆ ਔਰ ਮੇਰਾ ਇੰਟਰਸਟ ਸਮਰੀਨ ਦੇ ਵਿੱਚ ਬਣਨਾ ਸ਼ੁਰੂ ਹੋਇਆ ਔਰ ਆਸਤਾ ਮੇਰੀ ਮੁਹੱਬਤ ਮੈਨੂੰ ਮਿਲ ਗਈ। ਸਮਰੀਨ ਦੇ ਨਾਲ ਮੈਨੂੰ ਮੁਹੱਬਤ ਹੋ ਗਈ ਔਰ ਉਹ ਮੁਹੱਬਤ ਅਫਸ਼ਾਂ ਤੋਂ ਕਈ ਦਰਜੇ ਅੱਗੇ ਦੀ ਮੁਹੱਬਤ ਸੀ। ਕਹਿੰਦਾ ਮੈਨੂੰ ਖੁਦ ਸਮਝ ਨਹੀਂ ਸੀ ਆ ਰਹੀ ਕਿ ਇੱਕ ਅਨਪੜ੍ਹ ਲੜਕੀ ਔਰ ਮੈਂ ਪੜ੍ਹਾ ਲਿਖਾ ਔਰ ਇੱਕ ਅੱਛੀ ਜੌਬ ਕਰਨੇ ਵਾਲਾ। ਇਹ ਗੱਲ ਮੈਂ ਨਹੀਂ ਦੱਸੀ ਲੇਕਿਨ ਮੈਂ ਬਾਵਰ ਕਰਾਉਂਦਾ ਚਲਾਂ ਕਿ ਅਦੀਲ ਇੱਕ ਅੱਛੀ ਤਕੜੀ ਫੈਮਿਲੀ ਨਾਲ ਤਾਲੁਕ ਰੱਖਦਾ ਸੀ। ਇਹਨਾਂ ਕੋਲ ਗੱਡੀ ਵੀ ਹੈ ਸੀ, ਇਹਨਾਂ ਦੀ ਕੋਠੀ, ਇਹਨਾਂ ਦਾ VIP ਸਿਸਟਮ ਸੀ ਔਰ ਤਾਲੀਮ ਤੋਂ ਬਾਅਦ ਅਦੀਲ ਵੀ ਇੱਕ ਅੱਛੀ ਜਗ੍ਹਾ ਤੇ ਜੌਬ ਕਰ ਰਿਹਾ ਸੀ ਕਿ ਜਿੱਥੇ ਬਿਹਤਰੀਨ ਕਿਸਮ ਦੀ ਇੱਕ ਸੈਲਰੀ ਅਮਾਊਂਟ ਦੀ ਸ਼ਕਲ ਵਿੱਚ ਇਸਨੂੰ ਮਿਲ ਰਹੀ ਸੀ ਔਰ ਇਹਨਾਂ ਦਾ ਬਿਹਤਰੀਨ ਨਿਜ਼ਾਮ ਚੱਲ ਰਿਹਾ ਸੀ। ਤੇ ਆਸਤਾ ਅਫਸ਼ਾਂ ਮੇਰੇ ਜ਼ਹਿਨ ਤੋਂ ਨਿਕਲਦੀ ਗਈ ਔਰ ਸਮਰੀਨ ਆਪਣੀ ਜਗ੍ਹਾ ਮੇਰੇ ਦਿਲ ਦੇ ਵਿੱਚ, ਮੇਰੇ ਦਿਮਾਗ ਦੇ ਵਿੱਚ ਬਣਾਉਂਦੀ ਗਈ ਔਰ ਮੈਨੂੰ ਇੰਤਹਾਈ ਸ਼ਿੱਦਤ ਦੇ ਨਾਲ ਉਹਦੇ ਨਾਲ ਮੁਹੱਬਤ ਹੋ ਗਈ ਸਮਰੀਨ ਦੇ ਨਾਲ ਔਰ ਸਾਡੀ ਦੋਵਾਂ ਦੀ ਅੰਡਰਸਟੈਂਡਿੰਗ ਵੀ ਹੋ ਗਈ। ਮੇਰੀ ਵਾਲਦਾ, ਮੇਰਾ ਵਾਲਿਦ ਬਾਜ਼ ਦਫਾ ਉਸਨੂੰ ਗੁੱਸਾ ਕਰਨ ਜਾਂ ਤੁਰਸ਼ ਜੇ ਉਹਦੇ ਨਾਲ ਗੱਲ ਕਰਨ ਤੇ ਮੈਂ ਉਸਨੂੰ ਸਮਝਾਉਣ ਦੀ ਜਦੋਂ ਕੋਸ਼ਿਸ਼ ਕਰਾਂ ਤੇ ਸਮਰੀਨ ਮੈਨੂੰ ਕਹੇ ਕਿ ਅਦੀਲ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਮੈਂ ਇਸ ਮਾਹੌਲ ਨੂੰ ਦੇਖ ਲਏ, ਮੇਰੇ ਨਾਲ ਅਗਰ ਤੂੰ ਖੜੇ ਨਾ ਤੇ ਮੈਨੂੰ ਇਹ ਗੋਲੀ ਵੀ ਮਾਰ ਦੇਵਨ, ਮੈਨੂੰ ਕੋਈ ਦੁੱਖ ਨਹੀਂ ਹੈ, ਮੈਨੂੰ ਤੇਰਾ ਸਾਥ ਚਾਹੀਦੇ, ਤੂੰ ਮੇਰੇ ਨਾਲ ਲਾਇਲ ਹੈ, ਮੁਖਲਿਸ ਹੈ, ਲਿਹਾਜ਼ਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਅਬ ਅਦੀਲ ਦੱਸਦਾ ਹੈ ਕਿ ਵਕਤ ਗੁਜ਼ਰਦਾ ਰਿਹਾ ਔਰ ਦੂਸਰੀ ਤਰਫ ਦੀ ਕਹਾਣੀ ਹੁਣ ਉਸਦੀ ਅਦੀਲ ਦੀ ਭੈਣ ਨੁਸਰਤ ਦੀ ਹੈ ਕਿ ਜਦੋਂ ਉਸ ਕਾਰ ਦੇ ਵਿੱਚ ਗਈ ਹੈ ਤੇ ਚੂੰਕਿ ਇਹ ਤੇ ਸ਼ਹਿਰ ਦੀ ਰਹਿਣ ਵਾਲੀ ਸੀ ਔਰ ਉਸ ਮਾਹੌਲ ਦੇ ਵਿੱਚ ਰਹੀ ਨਹੀਂ ਸੀ ਔਰ ਤਬੀਅਤ ਵੀ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸ ਦਿੱਤਾ ਸੀ ਕਿ ਇਸ ਆਪਣੇ ਵਾਲਦੈਨ ਨਾਲ ਹੀ ਅਡਾਪਟ ਕਰ ਲਈ ਸੀ। ਸੋ ਉਸ ਕਾਰ ਦੇ ਵਿੱਚ ਉਹ ਆਪਣੀ ਜਗ੍ਹਾ ਨਹੀਂ ਬਣਾ ਸਕੀ। ਰੋਜ਼ਾਨਾ ਦੇ ਲੜਾਈ ਝਗੜੇ ਔਰ ਉਹਨਾਂ ਦੇ ਫੋਨ ਆਉਣੇ ਔਰ ਜਦੋਂ ਉਹਨਾਂ ਦੇ ਫੋਨ ਆਉਣੇ ਕਿ ਤੁਹਾਡੀ ਬੇਟੀ ਮੋਬਾਈਲ ਦੇ ਵਿੱਚ ਆਪਣਾ ਟਾਈਮ ਗੁਜ਼ਾਰ ਰਹੀ ਹੈ, ਉਸਨੂੰ ਘਰ ਦੀ ਕੋਈ ਫਿਕਰ ਨਹੀਂ ਹੈ, ਨਾ ਉਸਨੂੰ ਹਾਂਡੀ ਦਾ ਪਤਾ ਹੈ, ਨਾ ਕੁਛ ਤੁਸੀਂ ਇਹਨੂੰ ਕੁਛ ਸਿਖਾਇਆ ਨਹੀਂ ਹੈ। ਜਿਉਂ-ਜਿਉਂ ਗੱਲਾਂ ਉਹ ਸਾਨੂੰ ਸੁਣਾਵਣ ਤੇ ਮੇਰੀ ਵਾਲਦਾ ਉਸ ਤੋਂ 4 ਗੱਲਾਂ ਵੱਧ ਕੇ ਉਹਨਾਂ ਨੂੰ ਸੁਣਾਵੇ ਔਰ ਇੱਧਰ ਮੇਰੀ ਵਾਲਦਾ ਨੇ ਸਮਰੀਨ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ। ਸਮਰੀਨ ਦੀ ਮੈਂ ਦਿਲਜੋਈ ਕਰਦਾ ਰਿਹਾ, ਵਕਤ ਗੁਜ਼ਰਦਾ ਰਿਹਾ ਔਰ ਕਹਾਣੀ ਨੂੰ ਮੁਖਤਸਰ ਕਰਦੇ ਹਾਂ ਦੋਸਤੋ ਕਿ ਅਲਟੀਮੇਟਲੀ ਆਪਣੀ ਹਰਕਤਾਂ ਦੀ ਵਜ੍ਹਾ ਤੋਂ ਇੱਕ ਦਿਨ ਉਹਨਾਂ ਮਜਬੂਰਨ ਨੁਸਰਤ ਨੂੰ ਹਾरून ਦੇ ਨਾਲ ਮਿਲ ਕੇ ਉਹਦੇ ਵਾਲਦੈਨ ਨੇ ਫੈਂਟੀ ਵੀ ਲਾ ਲਈ ਔਰ ਜ਼ਬਰਦਸਤੀ ਚੂੰਕਿ ਉਸ ਕਾਰ ਦੇ ਵਿੱਚ ਉਸ ਮਾਹੌਲ ਨੂੰ ਸਿੱਖਿਆ ਨਹੀਂ ਸੀ ਔਰ ਉਸਨੂੰ ਪਸੰਦ ਨਹੀਂ ਸੀ ਕਰਦੀ, ਲਿਹਾਜ਼ਾ ਉਹਨਾਂ ਇਸ ਨੂੰ ਫੈਂਟੀ ਲਾਉਣ ਤੋਂ ਬਾਅਦ ਹਾरून ਨੇ ਕਿਹਾ ਕਿ ਇਸ ਨੂੰ ਜਾ ਕੇ ਗੱਡੀ 'ਤੇ ਬਿਠਾ ਕੇ ਇਸ ਨੂੰ ਭਿਜਵਾ ਦਿਓ ਇਸ ਦੇ ਘਰ। ਅਦੀਲ ਦੱਸਦਾ ਹੈ ਕਿ ਉਹ ਸਾਨੂੰ ਉਹਨਾਂ ਫੋਨ ਕਰ ਦਿੱਤਾ ਕਿ ਤੁਹਾਡੀ ਨੁਸਰਤ ਨੂੰ ਅਸਾਂ ਗੱਡੀ 'ਤੇ ਬਿਠਾ ਦਿੱਤਾ, ਲਿਹਾਜ਼ਾ ਲਾਹੌਰ ਤੋਂ ਆ ਕੇ ਆਪਣੀ ਬੱਚੀ ਨੂੰ ਲੈ ਜਾਓ। ਕਹਿੰਦਾ ਮੈਂ ਗਿਆ, ਮੇਰੇ ਵਾਲਦੈਨ ਮੈਨੂੰ ਭੇਜਿਆ ਔਰ ਅਸੀਂ ਨੁਸਰਤ ਨੂੰ ਕਾਰ ਲੈ ਕੇ ਆ ਗਏ। ਅਬ ਵਾਲਦੈਨ ਕਹਿਣਗੇ ਵੱਟਾ ਸੱਟਾ ਹੈ, ਸਮਰੀਨ ਨੂੰ ਵੀ ਭੇਜ ਦਿਓ, ਮਾਰ ਕੁਟਾਈ ਕਰੋ ਔਰ ਇਸਨੂੰ ਭੇਜ ਦਿਓ। ਮੈਂ ਉਹਨਾਂ ਨੂੰ ਦੱਸਿਆ ਕਿ ਅੱਬੂ ਇਸ ਦੇ ਵਿੱਚ ਇਸ ਦਾ ਕਸੂਰ ਕੀ ਹੈ। ਹੁਣ ਨੁਸਰਤ ਦੇ ਕਾਰ ਦਾ ਮਾਮਲਾ ਹੈ, ਉਹ ਉਸਨੂੰ ਨਹੀਂ ਚਲਾ ਸਕਦੀ ਤੇ ਸਮਰੀਨ 'ਤੇ ਕਿਉਂ ਜ਼ੁਲਮ ਕਰ ਰਹੇ ਹੋ। ਉਹਨੇ ਕਿਹਾ ਨਹੀਂ ਬੇਟਾ, ਇਹ ਤੇ ਹੈ ਸੀ ਇਹਦੀ ਜ਼ਮਾਨਤ, ਇਹ ਸਾਡੀ ਨੁਸਰਤ ਦੀ ਜ਼ਮਾਨਤ 'ਤੇ ਆਈ ਸੀ, ਲਿਹਾਜ਼ਾ ਜੋ ਵਰਤਾਓ ਉੱਧਰ ਹੋਏਗਾ ਉਸੇ ਤਰ੍ਹਾਂ ਦਾ ਵਰਤਾਓ ਅਸੀਂ ਕਰਨਾ, ਤੂੰ ਇਸ ਦੇ ਵਿੱਚ ਹਾਇਲ ਹੋਣ ਦੀ ਕੋਸ਼ਿਸ਼ ਨਾ ਕਰ। ਅਦੀਲ ਕਹਿੰਦਾ ਮੈਂ ਮਜਬੂਰ ਸੀ, ਮੈਂ ਵਾਲਦੈਨ ਦੀ ਗੱਲ ਵੀ ਨਹੀਂ ਸੀ ਟਾਲ ਸਕਦਾ, ਲੇਕਿਨ ਮੈਂ ਸਮਰੀਨ ਦੀ ਦਿਲਜੋਈ ਕਰਦਾ ਰਿਹਾ। ਸਮਰੀਨ ਕਿਹਾ ਕਿ ਕੋਈ ਮਸਲਾ ਨਹੀਂ ਹੈ ਅਦੀਲ, ਤੈਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ, ਅਗਰ ਦਿਲੀ ਤੌਰ 'ਤੇ ਤੂੰ ਮੇਰੇ ਨਾਲ ਹੈ ਨਾ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਮੈਨੂੰ ਮਾਰੋ, ਮੈਨੂੰ ਕੁੱਟੋ, ਜੋ ਵੀ ਕਰੋ, ਮੈਨੂੰ ਅੱਡੇ 'ਤੇ ਜਾ ਕੇ ਬਿਠਾਓ, ਮੈਨੂੰ ਤੇਰੇ 'ਤੇ ਕੋਈ ਗਿਲਾ ਨਹੀਂ, ਤੂੰ ਮੇਰੇ ਨਾਲ ਖੜ੍ਹੇ ਮੇਰੇ ਵਾਸਤੇ ਬਹੁਤ ਹੈ। ਇਤਨੀ ਸਮਝਦਾਰ, ਇਤਨੀ ਮੁਖਲਿਸ, ਉਹ ਕਹਿੰਦੇ ਕਿ ਸ਼ਾਇਦ ਅਫਸ਼ਾਂ ਵੀ ਨਾ ਨਿਕਲਦੀ ਜਿਤਨੀ ਸਮਰੀਨ ਸੀ ਔਰ ਸਾਡੀ ਅੰਡਰਸਟੈਂਡਿੰਗ ਬਹੁਤ ਅੱਛੀ ਚੱਲ ਰਹੀ ਸੀ। ਅਦੀਲ ਕਹਿੰਦਾ ਖੈਰ ਕਾਰ ਵਾਲਿਆਂ ਉਹਦੀ ਬੇਇੱਜ਼ਤੀ ਕੀਤੀ, ਉਹਨੂੰ ਚੰਡਾ ਮਾਰੀਆਂ ਔਰ ਉਸਨੂੰ ਮਜਬੂਰਨ ਮੈਨੂੰ ਜਾ ਕੇ ਅੱਡੇ 'ਤੇ ਛੋੜ ਕੇ ਆਉਣਾ ਪਿਆ ਔਰ ਉਸਨੂੰ ਅਸਾਂ ਭਿਜਵਾ ਦਿੱਤਾ। ਅਬ ਵਕਤ ਗੁਜ਼ਰ ਰਿਹਾ ਸੀ ਇਸੇ ਤਰ੍ਹਾਂ, ਉੱਧਰੋਂ ਵੀ ਫੋਨ ਆਵਣ, ਗਾਲਾਂ ਕੱਢੀਆਂ ਜਾਵਣ, ਇੱਧਰੋਂ ਵੀ ਫੋਨ ਜਾਵਣ, ਇਹ ਵੀ ਗਾਲਾਂ ਕੱਢ ਦੇਵਣ, ਬਦਤਮੀਜ਼ੀ ਕਰਨ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਕਿਸੇ ਤਰ੍ਹਾਂ ਇਹਨਾਂ ਦੇ ਆਪਸ ਵਿੱਚ ਮਾਮਲਾਤ ਠੀਕ ਹੋ ਜਾਵਣ ਤਾਂ ਕਿ ਮੈਂ ਸਮਰੀਨ ਮੈਨੂੰ ਮਿਲ ਜਾਵੇ, ਕਿਉਂਕਿ ਮੈਂ ਉਸ ਤੋਂ ਬਗੈਰ ਰਹਿ ਨਹੀਂ ਸੀ ਸਕਦਾ।
ਅਦੀਲ ਕਹਿੰਦੇ ਕਿ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਦੇ ਘਰ ਜਾ ਕੇ ਮਿੰਨਤਾਂ ਸਮਾਜਤਾਂ, ਆਪਣੇ ਵਾਲਿਦੈਨ ਦੀਆਂ ਮਿੰਨਤਾਂ ਸਮਾਜਤਾਂ, ਹਾਰੂਨ ਨੂੰ ਵਿੱਚ ਪਾ ਕੇ, ਆਪਣੇ ਬਹਿਨੋਈ ਨੂੰ ਵਿੱਚ ਪਾ ਕੇ ਮਾਮਲਾ ਨੂੰ ਸਿੱਧ ਕਰਾਉਣ ਦੀ ਕੋਸ਼ਿਸ਼ ਕੀਤੀ। ਔਰ ਉਹ ਆਏ ਇੱਥੇ, ਮਾਜ਼ਰਤ ਸ਼ਾਜ਼ਰਤ ਹੋ ਗਈ ਔਰ ਅਲਟੀਮੇਟਲੀ ਉਹ ਨੁਸਰਤ ਨੂੰ ਲੈ ਕੇ ਵਾਪਸ ਚਲੇ ਗਏ ਔਰ ਫਿਰ ਸਮਰੀਨ ਨੂੰ ਵੀ ਉਹਨਾਂ ਵਾਪਸ ਕਰ ਦਿੱਤਾ। ਮੈਂ ਬੜਾ ਖੁਸ਼ ਹੋ ਗਿਆ ਕਿ ਚਲੋ ਠੀਕ ਹੈ, ਲੇਕਿਨ ਮੈਂ ਵਾਲਿਦੈਨ ਨੂੰ ਕਿਹਾ ਕਿ ਤੁਸੀਂ ਜ਼ਿਆਦਤੀ ਕਰ ਰਹੇ ਹੋ, ਕਿਉਂਕਿ ਨੁਸਰਤ ਦੇ ਘਰ ਦਾ ਮਾਮਲਾ ਹੈ ਔਰ ਸਮਰੀਨ ਤੇ ਉਸਦੇ ਅਸਰਾਤ ਸਮਝ ਤੋਂ ਬਾਹਰ ਹਨ। ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਮੈਂ ਚੂੰਕਿ ਪੜ੍ਹੇ ਲਿਖੇ ਸੀ ਔਰ ਮੈਂ ਚੀਜ਼ਾਂ ਨੂੰ ਦੇਖ ਰਿਹਾ ਸੀ, ਵਾਲਿਦੈਨ ਅਨਪੜ੍ਹ ਸਨ ਔਰ ਉਹ ਆਪਣੇ ਉਸ ਮਾਹੌਲ ਦੇ ਵਿੱਚ ਸਿਸਟਮ ਚਲਾ ਰਹੇ ਸਨ। ਖੈਰ ਕਹਿੰਦੇ ਵਕਤ ਗੁਜ਼ਰਦਾ ਰਿਹਾ ਔਰ ਨੁਸਰਤ ਉੱਥੇ ਐਡਜਸਟ ਨਹੀਂ ਹੋ ਸਕੀ, ਕਿਉਂਕਿ ਉਹਦੀ ਜੋ ਆਦਤਾਂ ਬਣ ਚੁੱਕੀਆਂ ਸਨ, ਸੇਮ ਇਸੇ ਤਰ੍ਹਾਂ ਉਸਨੇ ਉੱਥੇ ਬਿਹੇਵ ਕਰਨਾ। ਅਬ ਉਹ ਲੋਕ ਇਹ ਚੀਜ਼ ਬਰਦਾਸ਼ਤ ਨਹੀਂ ਸੀ ਕਰਦੇ, ਉਹਨਾਂ ਨੂੰ ਕੰਮ ਵੀ ਚਾਹੀਦਾ ਸੀ, ਕਾਰ ਵੀ ਚਾਹੀਦਾ ਸੀ, ਜਿਸ ਤਰ੍ਹਾਂ ਸਮਰੀਨ ਸਾਡੇ ਕੋਲ ਕਰ ਰਹੀ ਸੀ, ਇਸ ਤਰ੍ਹਾਂ ਨੁਸਰਤ ਉੱਥੇ ਨਹੀਂ ਸੀ ਕਰਦੀ। ਸਾਰਾ ਦਿਨ ਟੀਵੀ ਤੇ ਬੈਠਣਾ, ਮੋਬਾਈਲ ਨੂੰ ਯੂਜ਼ ਕਰਨਾ, ਘਰ ਦਾ ਕੰਮ ਨਾ ਕਰਨਾ ਵਗੈਰਾ ਵਗੈਰਾ। ਅਦੀਲ ਦੱਸਦੇ ਕਿ ਅਲਟੀਮੇਟਲੀ ਫਿਰ ਹਾਲਾਤ ਖਰਾਬ ਹੋਏ ਔਰ ਉਹਨਾਂ ਨੁਸਰਤ ਨੂੰ ਫਿਰ ਪੈਂਟੀ ਲਾ ਕੇ ਤੇ ਗੱਡੀ 'ਚ ਬਿਠਾ ਦਿੱਤਾ ਔਰ ਨੁਸਰਤ ਵਾਪਸ ਆ ਗਈ। ਮੈਨੂੰ ਵੀ ਵਾਲਿਦੈਨ ਕਹਿਣਗੇ, ਬਲਕਿ ਨੁਸਰਤ ਜਦੋਂ ਵਾਪਸ ਆਈ ਹੈ ਤਾਂ ਨਾਲ ਹੀ ਉਹ ਇਤਨੇ ਤੰਗ ਆ ਚੁੱਕੇ ਸਨ ਕਿ ਉਹਨਾਂ ਪਹਿਲਾ ਨੋਟਿਸ ਵੀ ਨਾਲ ਭਿਜਵਾ ਦਿੱਤਾ ਤਲਾਕ ਦਾ। ਮੈਂ ਪਰੇਸ਼ਾਨ ਹੋ ਗਿਆ। ਮੇਰੇ ਵਾਲਿਦੈਨ ਮੇਰੇ 'ਤੇ ਵੀ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਵੀ ਸਮਰੀਨ ਨੂੰ ਨੋਟਿਸ ਦੇ ਹੱਥ 'ਚ ਪਕੜਾ ਔਰ ਇਹਨੂੰ ਲੱਤ ਮਾਰ, ਜਾ ਕੇ ਗੱਡੀ 'ਤੇ ਬਿਠਾ। ਅਬ ਮੈਂ ਇਹ ਚਾਹੁੰਦਾ ਨਹੀਂ ਸੀ। ਮੈਂ ਸਮਰੀਨ ਨੂੰ ਦੱਸਿਆ ਕਿ ਤੂੰ ਪਰੇਸ਼ਾਨ ਨਹੀਂ ਹੋਣਾ, ਮੈਂ ਮਜਬੂਰ ਜ਼ਰੂਰ ਹਾਂ, ਲੇਕਿਨ ਇਨਸ਼ਾਅੱਲਾ ਕੁਝ ਨਾ ਕੋਈ ਅੱਲਾਹ ਪਾਕ ਬਿਹਤਰੀ ਦਾ ਰਸਤਾ ਕੱਢ ਲਏਗਾ। ਫਿਰ ਸਮਰੀਨ ਕਿਹਾ ਕਿ ਅਦੀਲ ਮੈਨੂੰ ਕੋਈ ਮਸਲਾ ਨਹੀਂ ਹੈ, ਜਿਸ ਤਰ੍ਹਾਂ ਮਾਹੌਲ ਚੱਲ ਰਿਹਾ, ਤੇਰੀ ਮਜਬੂਰੀਆਂ ਮੇਰੇ ਸਾਹਮਣੇ, ਮੈਨੂੰ ਕੋਈ ਮਸਲਾ ਨਹੀਂ ਹੈ। ਕਹਿੰਦੇ ਮੈਂ ਵਾਲਿਦੈਨ ਨੂੰ ਦੱਸ ਕੇ ਮੈਨੂੰ ਮਜਬੂਰਨ ਉਹਨਾਂ ਡੀਲ ਕਰਕੇ ਨੋਟਿਸ ਲਿਖਣਾ ਪਿਆ ਔਰ ਉਹ ਨੋਟਿਸ ਸਮਰੀਨ ਦੇ ਹੱਥ 'ਚ ਪਕੜਾ ਕੇ ਮੈਂ ਗੱਡੀ ਲੈ ਕੇ ਉਹਨੂੰ ਅੱਡੇ 'ਤੇ ਛੋੜਨ ਗਿਆ ਔਰ ਕਾਰ ਦੱਸ ਕੇ ਗਿਆ ਕਿ ਮੈਂ ਵਾਪਸੀ 'ਤੇ ਦਫ਼ਤਰ ਜਾਵਾਂਗਾ, ਲਿਹਾਜ਼ਾ ਮੈਂ ਲੇਟ ਹੋ ਜਾਵਾਂਗਾ। ਕਹਿੰਦਾ ਮੈਂ ਸਮਰੀਨ ਨੂੰ ਗੱਡੀ 'ਚ ਬਿਠਾਇਆ ਔਰ ਸਿੱਧਾ ਉਹਦੇ ਇਲਾਕੇ ਦੇ ਵਿੱਚ ਚਲੇ ਗਏ, ਉਹਨੂੰ ਕਾਰ ਛੋੜਿਆ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਦੇ ਵਾਲਿਦੈਨ ਦੀ ਹੌਸਲਾ ਅਫਜ਼ਾਈ ਕੀਤੀ, ਕੋਈ ਮਸਲਾ ਨਹੀਂ ਹੈ, ਤੁਸੀਂ ਪਰੇਸ਼ਾਨ ਨਹੀਂ ਹੋ। ਕਹਿੰਦੇ ਮੈਂ ਅਜੇ ਘਰ ਵਾਪਸੀ ਪਹੁੰਚਿਆ ਹੀ ਨਹੀਂ, ਉਹਨਾਂ ਫ਼ੋਨ ਕਰਕੇ ਮੇਰੀ ਵਾਲਦਾ ਨੂੰ ਦੱਸ ਦਿੱਤਾ ਕਿ ਦੇਖੋ ਸਾਡੀ ਸਮਰੀਨ ਨਾਲ ਅਦੀਲ ਮੁਹੱਬਤ ਇਤਨੀ ਕਰਦਾ ਹੈ ਕਿ ਮਾਸ਼ਾ ਅੱਲਾਹ, ਇਤਨੀ ਅਗਰ ਤੁਹਾਡੀ ਬੇਟੀ ਹੁੰਦੀ ਤਾਂ ਅਜੇ ਦਿਨ ਨਾ ਦੇਖਣਾ ਪੈਂਦਾ ਕਿ ਅਦੀਲ ਆਪਣੀ ਗੱਡੀ ਦੇ ਵਿੱਚ ਉਹਨੂੰ ਸਾਡੇ ਕਾਰ ਛੋੜ ਕੇ ਗਏ। ਮੈਂ ਜਦੋਂ ਵਾਪਸ ਕਾਰ ਆਇਆ ਤਾਂ ਕਾਰ ਅੱਗ ਲੱਗੀ ਪਈ, ਉਹ ਤੇ ਕਾਬੂ ਹੀ ਨਾ ਆਵਣ। ਮੇਰੀ ਤੇ ਬੇਇੱਜ਼ਤੀ ਸ਼ੁਰੂ ਹੋ ਗਈ। ਮੈਨੂੰ ਜਨਾਬ ਉਹਨਾਂ ਫੈਂਟਾ ਵੀ ਲਾਇਆ। ਮੈਂ ਮਜਬੂਰ, ਮੈਂ ਤਾਂ ਕੁਝ ਕਰ ਨਹੀਂ ਸਕਦਾ। ਅਬ ਕੁਝ ਅਰਸੇ ਬਾਅਦ ਕਹਿੰਦੇ ਕਿ ਨੁਸਰਤ ਦਾ ਦੂਸਰਾ ਨੋਟਿਸ ਆ ਗਿਆ ਔਰ ਮੈਨੂੰ ਵੀ ਦੂਸਰਾ ਨੋਟਿਸ ਭੇਜਣਾ ਪਿਆ। ਅਬ ਦੋਸਤੋ ਮੈਂ ਚੂੰਕਿ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਕਹਾਣੀ 1 ਸਾਲ ਪਹਿਲੇ ਅਦੀਲ ਸੁਣਾਈ ਸੀ ਔਰ ਅਦੀਲ ਦੀ ਅੱਜ ਦੁਬਾਰਾ ਇਸ ਵਾਸਤੇ ਕਿ ਉਹਦਾ ਫ਼ੋਨ ਆਇਆ ਔਰ ਅਦੀਲ ਪੁੱਛ ਰਹੇ ਕਿ ਦੇਖਣ ਸੁਣਨ ਵਾਲਿਆਂ ਕੋਲੋਂ ਵੀ ਮਸ਼ਵਰਾ ਲੈ ਕੇ ਮੈਨੂੰ ਦਿਓ। ਲੇਕਿਨ ਮੈਂ ਉਸਨੂੰ ਦੱਸਿਆ ਦੋਸਤੋ ਜ਼ਰੂਰ ਇਸ 'ਤੇ ਕਮੈਂਟ ਕਰਨਾ ਹੈ ਔਰ ਮਸ਼ਵਰਾ ਦੇਣਾ ਹੈ ਕਿ ਅਦੀਲ ਨੂੰ ਕੀ ਕਰਨਾ ਚਾਹੀਦਾ ਹੈ। ਅਬ ਮੈਂ ਜੋ ਉਸਨੂੰ ਮਸ਼ਵਰਾ ਦਿੱਤਾ ਹੈ, ਉਹ ਮੈਂ ਮਸ਼ਵਰਾ ਇਹ ਦਿੱਤਾ ਹੈ ਕਿ ਅਦੀਲ ਤੀਸਰਾ ਨੋਟਿਸ ਦੀ ਜ਼ਰੂਰਤ ਨਹੀਂ ਹੈ। ਤੂੰ ਸਮਰੀਨ ਨੂੰ ਪਸੰਦ ਕਰਦਾ ਹੈ, ਸਮਰੀਨ ਤੈਨੂੰ ਪਸੰਦ ਕਰਦੀ ਹੈ, ਕਿਸੇ ਕਿਸਮ ਦਾ ਮਸਲਾ ਨਹੀਂ ਹੈ। ਔਰ ਤਲਾਕ ਇੱਕ ਐਸੀ ਚੀਜ਼ ਹੈ ਦੋਸਤੋ ਕਿ ਜਿਹੜੀ ਅੱਲਾਹ ਪਾਕ ਨੂੰ ਸਖਤ ਨਾਪਸੰਦ ਹੈ। ਨਾਪਸੰਦ ਚੀਜ਼ਾਂ ਵਿੱਚੋਂ ਕਿਸੇ ਉਲਮਾ ਕੋਲੋਂ ਪੁੱਛ ਲਓ। ਤਲਾਕ ਇੱਕ ਐਸੀ ਚੀਜ਼ ਹੈ ਜਾਂ ਐਸਾ ਲਫ਼ਜ਼ ਹੈ ਕਿ ਜੋ ਅੱਲਾਹ ਪਾਕ ਦਾ ਨਾਪਸੰਦੀਦਾ ਲਫ਼ਜ਼ ਹੈ, ਸ਼ਰਈ ਹੈ, ਇਸਲਾਮ ਦੇ ਵਿੱਚ ਹੈ, ਲੇਕਿਨ ਅੱਲਾਹ ਪਾਕ ਇਸ ਨੂੰ ਪਸੰਦ ਨਹੀਂ ਫਰਮਾਉਂਦੇ। ਅਲਟੀਮੇਟਲੀ ਉਹਨਾਂ ਤੀਸਰਾ ਨੋਟਿਸ ਭੇਜ ਕੇ ਤੇ ਨੁਸਰਤ ਨੂੰ ਫਾਰਗ ਕਰ ਦਿੱਤਾ ਬਿਲਕੁਲ। ਔਰ ਅਦੀਲ ਪੁੱਛ ਰਹੇ ਸੀ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ। ਉਹ ਮੈਂ ਜੋ ਉਸ ਨੂੰ ਮਸ਼ਵਰਾ ਦਿੱਤਾ ਦੋਸਤੋ, ਉਹ ਮਸ਼ਵਰਾ ਇਹ ਦਿੱਤਾ ਕਿ ਬੇਟਾ ਤੂੰ ਪਰੇਸ਼ਾਨ ਨਹੀਂ ਹੋਣਾ ਔਰ ਕੋਸ਼ਿਸ਼ ਕਰ ਕਿ ਕੋਈ ਗੁਨਾਹ ਨਹੀਂ ਹੈ, ਕੋਈ किसी किस्म का मसला नहीं है। तू निकल जा सऊदीया या बाहर किसी ममालिक का वीज़ा ले, पढ़ा लिखा तू है, जॉब का कोई इशू नहीं है, तो जूँ वीज़ा मिलता है तो तू कोशिश करके बाहर निकल जा।
अब दोस्तों अदील ने एक अच्छी जी कंपनी ਦੇ ਵਿੱਚ ਜੀ ਅਪਲਾਈ ਕੀਤਾ ਔਰ ਜੌਬ ਉਸਨੂੰ ਮਿਲ ਗਈ। अब उसने कोशिश की थी कि विद फैमिली मेरा हो जावे और ਕਾਫੀ ਤਗੋ-ਦੋ ਤੋਂ ਬਾਅਦ ਉਸਨੂੰ ਵਿਦ ਫੈਮਿਲੀ ਇੱਕ ਅੱਛੀ ਜੌਬ ਦੇ ਵਿੱਚ ਵੀਜ਼ਾ ਮਿਲ ਗਿਆ। ਦੋਸਤੋ ਅਦੀਲ ਆਪਣੀ ਮਿਸਿਸ ਨੂੰ ਲੈ ਕੇ ਰਜੂਅ ਕਰਕੇ ਤੇ ਆਪਣੇ ਨਾਲ ਲੈ ਕੇ ਚਲਾ ਗਿਆ किसी अरब कंट्री ਦੇ ਵਿੱਚ। अब वक्त गुजरता रहा अदील बड़ा खुश नंबर बंद उसने वालदैन ਨਾਲ ਰਾਬਤੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਕੁਝ ਅਰਸੇ ਤੋਂ ਬਾਅਦ ਜਦੋਂ ਵਾਲਦੈਨ ਨੂੰ ਉਹਦੀ ਜ਼ਾਹਿਰ ਹੈ ਇਨਸਾਨ ਹੈ ਅਦੀਲ ਨੂੰ ਘਰ ਦੀ ਯਾਦ ਆਈ ਉਸਨੇ ਰਾਬਤਾ ਆਸਤਾ ਆਸਤਾ ਸ਼ੁਰੂ ਕਰ ਦਿੱਤਾ ਔਰ ਉਸਨੇ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਇੱਕ ਜੌਬ ਅਪਰਚੁਨਿਟੀ ਮਿਲ ਰਹੀ ਸੀ ਸੋ ਮੈਂ ਉਸਨੂੰ ਐਕਸੈਪਟ ਕਰਕੇ ਤੇ ਮੈਂ ਫਲਾਂ ਕੰਟਰੀ ਦੇ ਵਿੱਚ ਆ ਗਿਆ। ਘਰ ਦੇ ਮਾਹੌਲ ਤੋਂ ਵੀ ਮੈਂ ਤੰਗ ਸੀ ਤੇ ਲਿਹਾਜ਼ਾ ਮੈਂ ਆ ਗਿਆ ਫਲਾਂ ਜਗ੍ਹਾ 'ਤੇ ਹਾਂ ਔਰ ਠੀਕ ਠਾਕ ਹਾਂ ਕੋਈ ਮਸਲਾ ਮਸਾਇਲ ਨਹੀਂ ਹੈ। ਤੇ ਘਰ ਵਾਲਿਆਂ ਨੂੰ ਪਤਾ ਤੇ ਚੱਲ ਗਿਆ ਸੀ ਕਿ ਸਮਰੀਨ ਨੂੰ ਲੈ ਕੇ ਗਏ ਰਜੂਅ ਕੀਤਾ ਗਿਆ ਉਹਦੇ ਨਾਲ ਔਰ ਸ਼ਰਈ ਲਿਹਾਜ਼ ਨਾਲ ਉਸਨੂੰ ਦੁਬਾਰਾ ਐਕਸੈਪਟ ਕਰਕੇ ਤੇ ਉਹ ਆਪਣੀ ਬੀਵੀ ਨੂੰ ਨਾਲ ਲੈ ਕੇ ਗਏ। ਇਸ ਗੱਲ ਦਾ ਬੜਾ ਦੁੱਖ। ਆ ਵਾਲਦੈਨ ਬਦਦੁਆਵਾਂ ਦੇਣ ਉਹਨੂੰ ਕਹਿਣ ਕਿ ਅਸੀਂ ਤੈਨੂੰ ਆਪਣਾ ਦੁੱਧ ਨਹੀਂ ਬਖਸ਼ਾਂਗੇ ਔਰ ਕਿਆਮਤ ਵਾਲੇ ਦਿਨ ਅੱਲਾਹ ਪਾਕ ਤੈਨੂੰ ਜ਼ਲੀਲ ਕਰੇ ਜਿਸ ਤਰ੍ਹਾਂ ਤੂੰ ਸਾਨੂੰ ਜ਼ਲੀਲ ਕੀਤਾ ਹੈ। ਅਬ ਇਹਨਾਂ ਗੱਲਾਂ ਨੂੰ ਸੁਣ ਕੇ ਅਦੀਲ ਇਤਨਾ ਪਰੇਸ਼ਾਨ ਹੋਇਆ कि आज तो कोई 1-2 महीने पहले अदील ने फ़ोन किया और उस टाइम उसने मशवरा पूछा कि मैनू हुण की करना चाहिए तो मैं उसनू दस्या दोस्तों कि परेशान होने की बेटा कोई ज़रूरत नहीं तू जो किते शरी लिहाज नाल ठीक किते तेरे वालदैन तेरे एक रिश्ते दे विच बिगाड़ पैदा करना चाहते लिहाजा तैनू ये खौफ नहीं होना चाहिए। अदील दस रहे सी कि मैनू ये खौफ है कि मेरी आखिरत ख़राब हो रही है कि मेरे वालदैन मैनू डेली बेसिस ते बददुआवां दे मन्ना दे हिसाब ते बददुआवां मैनू दे रहे ते मैं तो उसनू दस्सिया कि बददुआवां कम इस वास्ते नहीं करनगियां क्योंकि एक चीज़ अल्लाह पाक नू नापसंद है। अब वालदैन दी नाफरमानी तू करें वो एक अलग चीज़ है लेकिन ये एक रिश्ते का मामला है एक ख़ानदान का मामला है एक उस चीज़ का मामला है कि जेड़ा अल्लाह पाक का हुक्म है और शरई तौर पर कोई कबाहत नहीं है सो बेटा तू गुनाहगार नहीं है। और अदील बहुत खुशहाल ज़िंदगी गुजार रहे सी और उसने दस्सिया कि अल्हम्दुलिल्लाह समरीन प्रेगनेंट है और जदों असां अल्ट्रासाउंड कराया तो मैं एक बेटे का बाप बनने वाला इंशाअल्लाह। लेकिन मेरी हुण टेंशन सब तो ज़्यादा ये है कि मेरे वालदैन मैनू गालां कढ़ रहे ते मैनू अपनी आखिरत की फिक्र पै गई है। दोस्तों इस दे विच तुसीं ज़रूर मशवरा देना है कि क्या उसदे वालदैन दी बददुआवां अदील नू कोई नुकसान देने का सबब बननगियां या फिर अल्लाह पाक का हुक्म उन्हां ते गालिब आएगा। इस दुआ दे नाल दोस्तों इजाज़त दिओ कि या अल्लाह सानू हर वो कम करन दी तौफीक दे कि जिस दे विच तेरी रज़ा शामिल है और या अल्लाह हर उस कम तो साडी हिफाजत फरमा कि जिस दे विच तेरी नाराज़गी दा अंदेशा हो। अस्सलामु अलैकुम व रहमतुल्लाहि व बरकातुहू।